ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਤ੍ਰਿਸ਼ਨਾ ਦਾਧੀ ਜਲ ਮੁਈ, ਜਲ ਜਲ ਕਰੇ ਪੁਕਾਰ। ਸਤਿਗੁਰ ਸ਼ੀਤਲ ਜੇ ਮਿਲੈ, ਫਿਰ ਜਲੈ ਨ ਦੂਜੀ ਵਾਰ। ਤ੍ਰਿਸ਼ਨਾ ਦਾਧੀ ਜਲ ਮੁਈ, ਜਲ ਜਲ ਕਰੇ ਪੁਕਾਰ। ਸਤਿਗੁਰ ਸ਼ੀਤਲ ਜੇ ਮਿਲੈ, ਫਿਰ ਜਲੈ ਨ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਸੰਪੂਰਨ ਰੈਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਾਹਿਬ ਦੀ ਰਹਿਮਤ ਦਾ ਦਰ ਖੁੱਲ੍ਹਿਆ। ਸਥਾਨਕ ਜੀਆਂ ਵਾਸਤੇ ਜੋ ਇੱਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤਰੀ ਤੱਕ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ, ਉਹਨਾਂ ਸਾਰਿਆਂ ਲਈ ਇੱਕ ਉਪਦੇਸ਼ ਪ੍ਰਾਪਤ ਹੋਇਆ। ਅੱਜ ਮਹਾਰਾਜ ਨੇ ਸਾਨੂੰ ਮੁੜ ਆਪਣੇ ਹੀ ਨਿਜ ਸਰੂਪ ਦਾ ਗਿਆਨ ਬਖਸ਼ਿਆ। ਸਾਨੂੰ ਸਮਝ ਆ ਜਾਏ ਗੁਰੂ ਦਾ ਸਰੂਪ ਹੈ ਉਹ ਕੈਸਾ ਹੈ, ਗੁਰੂ ਦਾ ਜੋ ਦਾਇਰਾ ਹੈ, ਗੁਰੂ ਦੀ ਬਣਤਰ ਕੈਸੀ ਹੈ। ਕਿਉਂਕਿ ਸਾਡੀ ਸਮਝ ਸੰਸਾਰਕ ਹੈ, ਇਸ ਕਰਕੇ ਸਾਡੀ ਸਮਝ ਗੋਚਰੇ ਸੰਸਾਰਕ ਸ਼ਬਦ ਵਰਤ ਰਹੇ ਨੇ। ਸਾਗਰ ਦੀ ਨਿਆਈ ਹੈ ਗੁਰੂ, ਅਤੇ ਸਾਨੂੰ ਪਤਾ ਹੈ ਕਿ ਸਾਗਰ ਬਹੁਤ ਵੱਡਾ ਹੁੰਦਾ ਹੈ, ਸਾਡੀ ਤੋਲ ਤੋਂ, ਮਿਣਤੀ ਤੋਂ, ਗਿਣਤੀ ਤੋਂ ਵੱਡਾ ਹੁੰਦਾ ਹੈ। ਤਾਂ ਇਹ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਸਾਗਰ ਹੈ,
ਜਿਨ੍ਹਾਂ ਦੀ ਕਿਸੇ ਪ੍ਰਕਾਰ ਨਾਲ ਅਸੀਂ ਗਿਣਤੀ ਮਿਣਤੀ ਨਹੀਂ ਕਰ ਸਕਦੇ, ਅਤੇ ਰਤਨਾਂ ਨਾਲ ਭਰਪੂਰ ਪਿਆ ਹੈ। ਇਹ 'ਚ ਦੱਸਿਆ ਜਾਂਦਾ ਕਿ ਜੋ ਖੋਜੈ ਸੋ ਪਾਵੈ। ਪਤਾ ਨਹੀਂ ਕੀ ਕੋਈ ਸਾਗਰ ਦੀ ਤਹਿ ਵਿੱਚ ਛੁਪਿਆ ਪਿਆ। ਅੱਜ ਵੀ ਵਿਗਿਆਨੀ ਤਲਾਸ਼ ਕਰਦੇ ਤੇ ਕਹਿੰਦੇ ਨੇ ਸਾਗਰ ਦੇ ਹੇਠਾਂ ਪੂਰੀ ਇੱਕ ਦੁਨੀਆ ਹੈ। ਜਿੰਨੇ ਕੁ ਜੀਵ ਜੰਤੂ ਸਾਨੂੰ ਧਰਤੀ ਦੀ ਸਤਹ 'ਤੇ ਤੁਰੇ ਫਿਰਦੇ ਮਿਲਦੇ ਨੇ, ਜਿਹੜੇ ਅਸੀਂ ਤੁਰੇ ਫਿਰਦੇ ਅਤੇ ਉੱਡਦੇ, ਇਹ ਦੋ ਪ੍ਰਕਾਰ ਦੇ ਜੀਅ ਦੇਖਦੇ ਹਾਂ। ਇੰਨੇ ਕੁ ਜੀਅ ਸੰਸਾਰ ਦੇ ਸਾਗਰ ਤਰਦੇ ਫਿਰਦੇ ਨੇ। ਅੱਧੀ ਜੂਨ ਧਰਤੀ ਤੋਂ ਉੱਪਰਲੀ ਸਤਹ 'ਤੇ ਦੋ ਹਿੱਸਿਆਂ 'ਚ ਵੰਡੀ ਹੈ, ਕੁਝ ਉੱਡਦੇ ਨੇ ਅਤੇ ਕੁਝ ਤੁਰਦੇ ਨੇ, ਅਤੇ ਅੱਧੀਆਂ ਜੂਨਾਂ ਤਰਦੀਆਂ ਹੀ ਨਹੀਂ। ਸਿਰਫ ਮੈਂ ਨਹੀਂ ਕਹਿੰਦਾ ਪਾਵਨ ਬਾਣੀ 'ਚ 42 ਲੱਖ ਜੀ ਜਲ ਮੇ ਹੋਤੇ। ਅਸੀਂ ਕਹਿੰਦੇ 84 ਲੱਖ ਜੂਨਾਂ ਨੇ, ਅਤੇ ਉਹ ਕਹਿੰਦੇ ਨੇ 42 ਲੱਖ ਅਤੇ ਪਾਣੀ ਦੀ ਸਤਹ ਤੋਂ ਹੇਠਾਂ ਹੀ ਨੇ। ਕਿੰਨੀ ਵੱਡੀ ਦੁਨੀਆ ਹੋਏਗੀ ਸਾਗਰ ਦੀ ਤਹਿ, ਸਾਨੂੰ ਨਹੀਂ ਪਤਾ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਸਾਹਿਬ ਜੀ ਦੀ ਬੁੱਕਲ 'ਚ ਕੀ ਕੁਝ ਛੁਪਿਆ ਪਿਆ ਹੈ, ਸਾਨੂੰ ਨਹੀਂ ਪਤਾ। ਗੁਰੂ ਸਾਗਰ ਹੈ। ਗੁਰ ਸਾਗਰ ਦੇ ਤਿਆਈ ਬਹੁਤ ਕੁਝ ਅਨੰਤ ਗਿਆਨ ਭੰਡਾਰ ਵਿਚਾਰ ਗੁਰਬਾਣੀ ਵਿੱਚ ਹੈਗੇ ਨੇ। ਅਸੀਂ ਤਾਂ ਕੇਵਲ ਇੰਨਾ ਕੀ ਦੇਖਿਆ ਵੀ 1430 ਅੰਕ ਨੇ, ਅਤੇ ਮੱਥਾ ਟੇਕਿਆ ਅਤੇ ਲੰਘ ਜਾਈਦਾ। ਜੀ ਪੜ੍ਹਨ ਵਾਲੇ ਪਿਆਰ ਕਰਨ ਵਾਲੇ ਜਾਣਦੇ ਨੇ ਕਿ ਏਕ ਅੱਖਰ ਹਰ ਮਨ ਬਸਤ। ਇੱਕ ਇੱਕ ਤੁਕ ਦੀ ਵਿਆਖਿਆਵਾਂ ਨੂੰ ਜੇ ਸਮਝਣ ਲੱਗ ਪਈਏ ਤਾਂ ਜ਼ਿੰਦਗੀ ਮੁਕੰਮਲ ਹੋ ਜਾਂਦੀ ਹੈ। ਗੁਰਦੇਵ ਕਿਰਪਾ ਕਰਨ ਸਾਨੂੰ ਕਿਤੇ ਸਮਝ ਆਏ ਵੀ ਗੁਰੂ ਬਹੁਤ ਵਿਸ਼ਾਲ ਨੇ, ਅਤੇ ਗੁਰੂ ਕੀ ਬਹੁਤਾ ਵਿਸ਼ਾਲਤਾ ਦੇ ਵਿੱਚੋਂ ਅਸਾਂ ਵੀ ਤੇ ਕੁਝ ਨਾ ਕੁਝ ਆਪਣਾ ਅੰਸ਼ ਪ੍ਰਾਪਤ ਕਰਨਾ ਹੈ। ਤੋ ਦੱਸਿਆ ਇਸ ਹੰਸ ਦੀ ਨਿਆਈ ਬੈਠੋ ਭਾਈ। ਜਿਵੇਂ ਹੰਸ ਸਰੋਵਰਾਂ 'ਤੇ ਕਿਨਾਰੇ ਬੈਠ ਕੇ ਆਪਣੀ ਖੁਰਾਕ ਉਹਦੇ ਵਿੱਚੋਂ ਲੱਭ ਲੈਂਦੇ ਨੇ, ਤੁਸੀਂ ਵੀ ਸਤਸੰਗਤ ਸਰੋਵਰ 'ਚ ਆ ਕੇ ਬੈਠੇ ਹੋ, ਆਪਣੀ ਖੁਰਾਕ ਲੈ ਕੇ ਜਾਇਓ। ਇੱਥੋਂ ਸਾਨੂੰ ਰੂਹਾਨੀ ਖੁਰਾਕ ਮਿਲਣੀ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਇੱਥੋਂ ਹੀ ਸਤਸੰਗਤ 'ਚ ਸਾਨੂੰ ਗਿਆਨ ਮਿਲਣਾ ਹੈ, ਵਿਚਾਰਾਂ ਦੇ ਮਾਣਕ ਮੋਤੀ ਮਿਲਣੇ ਨੇ, ਬਲ ਮਿਲਦਾ ਹੈ, ਜਿਹਦੇ ਸਦਕੇ ਅਸਾਂ ਆਪਣੇ ਜੀਵਨ ਤੋਂ ਹੋਰ ਉਚਾਈਆਂ ਵੱਲ ਤੁਰਨਾ ਹੈ। ਪਰ ਅਸਾਂ ਦੇ ਹਾਲਾਤ ਕੀ ਹੈ? ਗੁਰੂ ਤੇ ਸਾਗਰ ਦੇ ਨੇ ਵਿਸ਼ਾਲ ਹੈ, ਪਰ ਸਾਡੇ ਸੰਸਾਰ ਦੇ ਜੀਆਂ ਦੀ ਹਾਲਤ ਕੈਸੀ ਹੈ? ਮਹਾਰਾਜ ਨੇ ਦਾਰਸ਼ਨਿਕ ਤਰੀਕੇ ਦੇ ਨਾਲ ਸੰਸਾਰ ਦੀ ਹਾਲਾਤ ਦਾ ਦਰਸ਼ਨ ਕਰਾਇਆ, ਸਾਨੂੰ ਸਮਝ ਆ ਜਾਏ। ਮਹਾਰਾਜ ਦਾ ਬਚਨ ਹੈ, ਤ੍ਰਿਸ਼ਨਾ ਦਾਦੀ ਜਲ ਮੋਈ। ਸ਼ਲੋਕ ਮਹਿਲਾ ਤੀਜਾ। ਕਦੇ ਪਾਠ ਕਰਦੇ ਵਕਤ ਮਿਲੇ ਤੇ 588 ਅੰਕ 'ਤੇ ਇਹ ਮਹਾਰਾਜ ਦੇ ਅੰਮ੍ਰਿਤਮਈ ਬਚਨ ਵਡਹੰਸ ਕੀ ਵਾਰ ਵਿੱਚ ਨੇ। ਤ੍ਰਿਸ਼ਨਾ ਦਾਧੀ ਜਲ ਮੋਈ। ਦਾਧੀ ਕਹਿੰਦੇ ਨੇ ਸੜ ਗਈ, ਅਤੇ ਸੜ ਗਈ ਨੂੰ ਪੰਜਾਬੀ 'ਚ ਦੋ ਤਰੀਕਿਆਂ ਨਾਲ ਵੇਖਿਆ ਜਾਂਦਾ ਹੈ। ਇੱਕ ਤਾਂ ਹੁੰਦਾ ਨਾ ਅੱਗ ਲੱਗ ਕੇ ਸੜ ਗਈ, ਇੱਕ ਚੀਜ਼ ਹੁੰਦੀ ਹੈ ਹੌਲੀ ਹੌਲੀ ਜ਼ਮੀਨ ਦੀ ਆਪਣੀ ਗਰਮੈਸ਼ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਇੱਥੇ ਜਲ ਮੋਈ ਅਤੇ ਦਾਧੀ ਇਕੱਠੇ ਵਰਤੇ ਨੇ, ਦੋਵਾਂ ਦਾ ਭਾਵ ਇੱਕ ਹੀ ਹੈ। ਸਾਡੇ ਅੰਦਰ ਦੀ ਜੋ ਚੇਤਨਾ ਹੈ, ਸਾਡਾ ਅੰਦਰ ਦਾ ਜੋ ਪੱਖ ਹੈ, ਤ੍ਰਿਸ਼ਨਾ ਦੀ ਅੱਗ ਨੇ ਸਾਨੂੰ ਸਾੜ ਦਿੱਤਾ ਹੈ, ਗਲ ਦਿੱਤਾ ਹੈ। ਸਾਡੀ ਮਜ਼ਬੂਤੀ ਖਤਮ ਹੋ ਗਈ ਹੈ। ਅਸੀਂ ਕਦੇ ਕਦੇ ਲੱਕੜਾਂ ਵੱਲ ਵੇਖਿਆ ਹੋਣਾ, ਲੋਹੇ ਵੱਲ ਵੇਖਿਆ ਹੋਣਾ, ਲੱਕੜਾਂ ਨੂੰ ਘੁਣ ਲੱਗ ਜਾਏ। ਕਈ ਵਾਰ ਘੁਣ ਨਾ ਵੀ ਲੱਗੇ ਨਾ, ਬਹੁਤ ਪੁਰਾਣੀ ਲੱਕੜ ਪਈ ਹੋਵੇ, ਉਹੀ ਸਲਾਬ ਚੜ੍ਹ ਗਈ ਹੋਵੇ, ਧੁੱਪ ਛਾਂ ਸਰਦੀ ਗਰਮੀ ਦੇ, ਅਤੇ ਕਿਸੇ ਨੇ ਗਲ ਗਈ ਲੱਕੜ, ਭਾਵੇਂ ਕਦੇ ਕੀਮਤੀ ਹੋਏਗੀ, ਕਦੇ ਉਹ ਲੱਕੜ ਬਹੁਤ ਕੀਮਤੀ ਹੋਏਗੀ, ਪਰ ਅੱਜ ਹੱਥ ਲਾਇਆ ਟੁੱਟਦੀ ਹੈ। ਹਾਂ, ਜਦ ਤੱਕ ਕੋਈ ਤੋੜੇ ਨਾ ਤਾਂ ਵੇਖਣ ਨੂੰ ਢਾਂਚਾ ਪੂਰਾ ਲੱਗਦਾ, ਪਰ ਜ਼ਰਾ ਕੁ ਵਜਨ ਪਾਇਆ ਨਹੀਂ ਤੇ ਭੁਰ ਗਈ। ਉਹਨੂੰ ਵੀ ਦਾਧੀ ਕਹਿੰਦੇ ਨੇ। ਆ ਕਦੇ ਕਦੇ ਜੰਗਲਾਂ ਦੇ ਵਿੱਚ ਵੇਖੀਦਾ ਹੈ, ਅੱਜ ਤੋਂ ਜੰਗਲੀ ਅੱਗ ਲੱਗਦੀ ਨਾ,
ਕਾਨਿਆਂ ਵਰਗੇ ਕੁਝ ਐਸੇ ਪੱਖ ਹੁੰਦੇ ਨੇ ਜੋ ਸੜ ਜਾਂਦੇ ਨੇ, ਪਰ ਸੜਨ ਤੋਂ ਬਾਅਦ ਵੀ ਉਹਨਾਂ ਦਾ ਆਕਾਰ ਨਹੀਂ ਬਦਲਦਾ, ਸੁਭਾਅ ਵੀ ਕਾਨਾ ਹੀ ਬਣਿਆ ਰਹਿੰਦਾ। ਕਾਨਾ ਇੱਕ ਐਸੀ ਚੀਜ਼ ਹੈ ਜੋ ਸੜ ਵੀ ਜਾਏ, ਅਗਰ ਉਹਨੂੰ ਕੋਈ ਛੂਏ ਨਾ ਤੇ ਕਾਨੇ ਦਾ ਕਾਨਾ ਬਣਿਆ ਨਜ਼ਰ ਆਉਂਦਾ, ਬਾਕਾਇਦਾ ਗੰਢਾਂ ਨਜ਼ਰ ਆਉਂਦੀਆਂ ਨੇ, ਚਮਕ ਵੀ ਰਹਿੰਦੀ ਹੈ, ਅਤੇ ਜੇ ਛੂਹ ਕੇ ਵੇਖੋ ਤਾਂ ਸੁਭਾਅ ਹੈ। ਇਸੇ ਤਰ੍ਹਾਂ ਸਾਡੇ ਬਹੁਤਿਆਂ ਦੀ ਹਾਲਤ ਹੈ। ਤ੍ਰਿਸ਼ਨਾ ਨੇ ਸਾਨੂੰ ਸਾੜ ਛੱਡਿਆ। ਵੇਖਣ ਨੂੰ ਅਸੀਂ ਚੰਗੇ ਭਲੇ ਤੁਰੇ ਫਿਰਦੇ ਲੱਗਦੇ ਹਾਂ, ਸਾਡੇ 'ਚੋਂ ਬਹੁਤ ਜੀ ਵੇਖਣ ਨੂੰ ਚੰਗੇ ਲੱਗਦੇ ਨੇ, ਪਰ ਉਹਨਾਂ ਸੜੇ ਹੋਏ ਕਾਨਿਆਂ ਵਰਗੇ ਨੇ ਜਿਨ੍ਹਾਂ ਦੇ ਹੱਥ ਪੱਲੇ ਕੁਛ ਵੀ ਨਹੀਂ। ਜਰਾ ਕੁ ਹੱਥ ਲਾ ਕੇ ਦੇਖੋ, ਫਿੱਸੇ ਪਏ ਨੇ, ਅੰਦਰ ਈਰਖਾ, ਨਿੰਦਾ, ਚੁਗਲੀ, ਦੁਐਸ਼ ਦੇ ਸੜੇ ਪਏ ਨੇ। ਉਹਨਾਂ ਦੇ ਮੁੱਖੋਂ ਗਾਲੀ ਗਲੋਚ ਤੋਂ ਸਿਵਾ ਹੋਰ ਕੁਝ ਨਿਕਲਦਾ ਹੀ ਨਹੀਂ, ਕੌੜੇ ਬਚਨ ਨਿਕਲਦੇ ਹੈ। ਕਿਤੇ ਉਹਨੂੰ ਕੋਈ ਪ੍ਰੇਮੀ ਪ੍ਰਕਿਆਰਾ ਕਰਨ ਰਾਮ ਜਪ ਤੇ ਮੁਸ਼ਕਲ ਹੈ, ਕਿਤੇ ਕੋਈ ਕਹਦੇ ਆ ਬਹਿ ਜਾ ਵਾਹਿਗੁਰੂ ਵਾਹਿਗੁਰੂ ਜਪੀਏ ਤੇ ਨਹੀਂ ਜਪ ਸਕਦੇ, ਕਿਉਂਕਿ ਅੰਦਰ ਸੜਿਆ ਪਿਆ ਹੈ। ਸਾਡੇ ਹਾਲਤਾਂ ਦੇ ਵਿੱਚ ਦੱਸਿਆ ਗਿਆ ਕਿ ਕੁਝ ਐਸੇ ਹਾਲਾਤ ਵੀ ਮਨੁੱਖ ਦੇ ਹੋ ਜਾਂਦੇ ਨੇ, ਮਨੁੱਖ ਚਾਹ ਕੇ ਵੀ ਵਾਹਿਗੁਰੂ ਨਹੀਂ ਬੋਲ ਪਾਉਂਦਾ। ਭਾਵੇਂ ਹੁਣ ਅਸੀਂ ਕਦੇ ਕਦੇ ਉੱਤੇ ਕੁਝ ਸ਼ਬਦਾਂ ਦੇ ਕਾਨੂੰਨੀ ਦਾਅ ਪੇ ਚੜੇ ਰਹਿੰਦੇ ਹਾਂ ਅਤੇ ਸ਼ਬਦ ਅਸੀਂ ਵਰਤਦੇ ਨਹੀਂ, ਲੇਕਿਨ ਪੁਰਾਣੇ ਬਜ਼ੁਰਗਾਂ ਨੂੰ ਸਾਖੀਆਂ 'ਚ ਪਤਾ ਨਾ, ਇੱਕ ਡਾਕੂ ਐਸਾ ਵੀ ਸੀ ਜਿਸ ਨੂੰ ਰਿਸ਼ੀ ਮਿਲੇ ਨੇ, ਉਹ ਪ੍ਰਭੂ ਦੇ ਪਿਆਰੇ ਬੰਦਗੀ ਕਰਨ ਵਾਲੇ, ਅਤੇ ਉਹਨੂੰ ਤਰਸ ਆ ਗਿਆ, ਕਹਿਣ ਲੱਗਾ ਭਲਿਆ ਮਾਰ ਕਾਟ ਛੱਡ, ਲੁੱਟ ਮਾਰ ਕਰੀ ਜਾਣਾ, ਆਏ ਦਿਨ ਪਤਾ ਨਹੀਂ ਕਿੰਨੇ ਕੁ ਜੀ ਰੋਜ਼ ਮਾਰਦਾ ਲੁੱਟਦਾ, ਛੱਡ ਕੰਮ ਬੰਦਗੀ ਕਰ। ਬਹਿ 'ਤੇ ਗਿਆ, ਕਹਿਣ ਲੱਗਾ ਠੀਕ ਹੈ ਬਾਬਾ ਲੁੱਟ ਮਾਰ ਨਹੀਂ ਕਰਾਂਗਾ। ਅਤੇ ਸਾਧੂ ਜਨ ਕਹਿਣ ਲੱਗੇ ਬਹਿ ਕੇ ਰਾਮ ਰਾਮ ਜਪਿਆ ਕਰ ਭਾਈ, ਆਪਣੇ ਜੋ ਕਿਰਤ ਮਸ਼ੱਕਤ ਮਜ਼ਦੂਰੀ ਕਰਿਆ ਕਰ, ਮਿਹਨਤ ਕਰ, ਟੱਬਰ ਭਾਲ, ਪਰ ਰਾਮ ਰਾਮ ਜਪਿਆ ਕਰ। ਹੁਣ ਤੋਂ ਰਾਮ ਨਹੀਂ ਬੋਲਿਆ ਜਾਂਦਾ, ਕੋਸ਼ਿਸ਼ ਕਰਦਾ ਹੈ, ਰਾਮ ਨਹੀਂ ਬੋਲਿਆ ਜਾਂਦਾ। ਜਿੱਥੇ ਗਾਥਾਵਾਂ ਨੇ ਨਾ, ਅੱਜ ਤੋਂ ਲਗਭਗ 30 ਕੁ ਸਾਲ ਪਹਿਲਾਂ 1990-91 ਦੇ ਦਰਮਿਆਨ ਮੈਨੂੰ ਇੱਕ ਐਸਾ ਵਿਅਕਤੀ ਦੇ ਨਾਲ ਮਿਲਣ ਦਾ ਵਕਤ ਵਾਹ ਪਿਆ ਜੋ ਮਰਨ ਬਿਸਤਰੇ 'ਤੇ ਪਿਆ ਸੀ। ਮਰਨ ਬਿਸਤਰੇ 'ਤੇ ਪਿਆ ਅਤੇ ਪਰਿਵਾਰ ਦੇ ਜੀ ਪਰੇਸ਼ਾਨ ਸਨ ਕਿ ਬਹੁਤ ਤਕਲੀਫ ਦੇ ਵਿੱਚ ਸੀ, ਤੜਪਦਾ, ਛਟਪਟਾਉਂਦਾ, ਹੱਥ ਪੈਰ ਮਾਰਦਾ, ਬੇਸੁਰਤੀ ਦੇ ਵਿੱਚ ਕਈ ਨਾਂ ਲੈਂਦਾ, ਕਈ ਪੁਰਾਣੇ ਨਾਂ ਲੈਂਦਾ, ਅਤੇ ਘਰ ਦੇ ਜੀ ਕਈ ਪ੍ਰਕਾਰ ਦੀ ਉੜ-ਪੁੜ ਕਰਦੇ ਸਨ ਵੀ ਕੁਛ ਕਰੀਏ ਕੁਛ ਕਰੀਏ। ਉਸ ਵਕਤ ਇੱਕ ਸਿਆਣੇ ਵਿਅਕਤੀ ਦੇ ਨਾਲ ਉਹਦੇ ਸੰਗ ਮਿਲਣ ਦਾ ਵਕਤ ਮਿਲਿਆ, ਅਤੇ ਜਦੋਂ ਬੇਸੁਰਤੀ ਜੀ ਆਲਮ ਦੇ ਵਿੱਚ ਉਹ ਨਾਂ ਲੈਂਦਾ ਸੀ ਨਾ, ਅਤੇ ਪਤਾ ਕੀਤਾ ਵੀ ਨਾਂ ਕਿਹਨਾਂ ਦੇ ਲੈਂਦਾ। ਉਹ ਸਿਆਣੇ ਬਜ਼ੁਰਗ ਸਨ, ਉਹਨਾਂ ਦੀ ਸੰਗਤ ਸੀ, ਕਰਦੇ ਸਨ। ਉਹ ਹੌਲੀ ਹੌਲੀ ਘਰ ਦੇ ਜੀਆਂ ਤੋਂ ਪੁੱਛਿਆ ਵੀ ਨਾਂ ਕਿਹਦੇ ਲੈਂਦਾ, ਕੀ ਤੁਹਾਡੇ ਕੋਈ ਰਿਸ਼ਤੇਦਾਰ ਨੇ? ਕਹਿਣ ਲੱਗੇ ਨਹੀਂ, ਇਹ ਤਾਂ ਸਾਡਾ ਕੋਈ ਰਿਸ਼ਤੇਦਾਰ 'ਚ ਨਾ ਹੀ ਕੋਈ ਨਹੀਂ ਇਹੋ ਜਿਹੇ। ਉਹਦੇ ਇੱਕ ਦੋ ਸਾਥੀ ਹੋਰ ਪੁਰਾਣੇ ਬਜ਼ੁਰਗ ਮਿਲ ਗਏ, ਉਹ ਕਹਿਣ ਲੱਗੇ ਰਿਸ਼ਤੇਦਾਰਾਂ ਦਾ ਨਾਂ ਨਹੀਂ ਲੈਂਦਾ, ਇਹ ਉਹਨਾਂ ਦੇ ਨਾਂ ਲੈਂਦਾ ਹੈ ਜਿਨ੍ਹਾਂ ਨੂੰ ਇਹਨੇ ਮਾਰਿਆ। ਇਹ ਆਪਣੇ ਵਕਤ ਦਾ ਧਾੜਵੀ ਸੀ, ਡਾਢਾ ਸੀ, ਡਾਂਗ ਮੋਢੇ 'ਤੇ ਰੱਖਣੀ, ਬਾਜ਼ਾਰ ਜਿੱਥੋਂ ਜੋ ਸਾਮਾਨ ਆਇਆ ਡਾਂਗ ਦੇ ਜ਼ੋਰ ਨਾਲ ਲੀੜਾ ਕੱਪੜਾ ਬਾਜ਼ਾਰ 'ਚ ਚੁੱਕ ਲੈਣਾ। ਜੇ ਕਿਸੇ ਨੇ ਮੂੰਹ ਖੋਲ੍ਹਿਆ ਤਾਂ ਡਾਂਗ, ਡਰਦਾ ਬਾਜ਼ਾਰ 'ਚ ਕੋਈ ਬੋਲਦਾ ਨਹੀਂ ਸੀ। ਪਰ ਹੁਣ ਉਹ ਸਾਰੇ ਮੂੰਹ ਬਾਏ ਸਾਹਮਣੇ ਆ ਜਾਂਦੇ ਸੀ ਮੇਰਾ ਹਿਸਾਬ ਦੇ। ਉਹਨਾਂ ਦੇ ਨਾਂ ਲੈਂਦਾ ਸੀ ਜਿਨ੍ਹਾਂ ਨੂੰ ਇਹਨੇ ਬਹੁਤਾ ਤੰਗ ਕੀਤਾ ਸੀ। ਅਤੇ ਘਰ ਦੇ ਜੀਆਂ ਸਲਾਹ ਬਣੀ ਸੰਗਤਾਂ 'ਚ ਕਿ ਇਹਦੇ ਕੋਲ ਨਾ ਪਾਠ ਕੀਤਾ ਜਾਏ, ਸ਼ਾਇਦ ਇਹਦਾ ਦੁੱਖ ਕੱਟਿਆ ਜਾਏ। ਚਲੋ ਦਵਾ ਦਾਰੂ ਵੀ ਨਾਲ ਚੱਲਦੀ ਸੀ। ਦਵਾ ਦਾਰੂ ਕਰਦਿਆਂ ਕਰਦਿਆਂ ਡਾਕਟਰ ਨੇ ਕੋਈ ਚੇਤਨਤਾ ਲਿਆਂਦੀ, ਥੋੜ੍ਹਾ ਜਿਹਾ ਠੀਕ ਹੋ ਕੇ ਬਹਿਣ ਜੋਗਾ ਹੋ ਗਿਆ। ਅਤੇ ਕਹਿੰਦੇ ਬਾਬਾ ਪਾਠ ਕਰਿਆ ਕਰ। ਅਤੇ ਬਾਬੇ ਤੋਂ ਪਾਠ ਕਿੱਥੋਂ ਔੜੇ ਉਦੋਂ? ਘਰ ਦਿਆਂ ਡਿਊਟੀ ਲਾਤੀ ਵੀ ਵਾਰੀ ਵਾਰੀ ਦਿਨ ਰਾਤ ਇਹਦੇ ਕੋਲ ਪਾਠ ਹੁੰਦਾ ਰਹੇ, ਦਿਨ ਰਾਤ ਸਹਿੰਦੇ ਸਨ। ਉਹਨਾਂ ਵਾਰੀਆਂ ਲਾਤੀਆਂ, ਡਿਊਟੀਆਂ ਲਾਤੀਆਂ, ਭਾਈ ਦੇ ਕਮਰੇ 'ਚ ਬਹਿ ਕੇ ਵਾਰੀ ਵਾਰੀ ਕੋਈ ਸੁਖਣੀ ਸਲਕ ਪਾਠ ਇਸ ਤਰ੍ਹਾਂ ਦੀ ਬਾਣੀ ਲਗਾਤਾਰ ਪੜ੍ਹਦੇ ਰਹੋ। ਅਤੇ ਹੌਲੀ ਹੌਲੀ ਕਈਆਂ ਕਹਿਣਾ ਕਿ ਨਾਲ ਬੋਲ ਮੂਲ ਮੰਤਰ ਦਾ ਪਾਠ ਜਦੋਂ ਕਰਨਾ, ਅਤੇ ਕਹਿਣਾ ਭਾਈ ਤੂੰ ਵੀ ਇੱਕ ਓਂਕਾਰ 'ਚ ਜਪ। ਉਹ ਚਾਹ ਕੇ ਵੀ ਇੱਕ ਓਂਕਾਰ ਸਤਨਾਮ ਨਹੀਂ ਸੀ ਕਹਿ ਪਾਉਂਦਾ, ਬਾਕੀ ਦੁਨੀਆ ਭਰ ਦੀਆਂ ਗਾਲਾਂ ਕੱਢਦਾ ਸੀ। ਹਰ ਵਕਤ ਬੇਸੁਰਤੀ ਜੇ ਮੁੱਖੋਂ ਗਾਲਾਂ ਨਿਕਲਦੀਆਂ ਸਨ, ਮੰਦੇ ਬੋਲ ਤੇ ਨਿਕਲਦੇ ਸਨ, ਪਰ ਅੱਖੀਂ ਦੇਖਿਆ ਹੰਡਿਆ ਉਹਦੇ ਨਾਲ, ਉਹਦੇ ਮੁੱਖੋਂ ਵਾਹਿਗੁਰੂ ਨਹੀਂ ਸੀ ਨਿਕਲਦਾ।
ਸਾਰੇ ਜੀ ਜ਼ੋਰ ਲਾਉਂਦੇ ਸੀ ਕਿ ਬਾਬਾ ਵਾਹਿਗੁਰੂ ਕਹੇ, ਪਰ ਵਾਹਿਗੁਰੂ ਨਹੀਂ ਸੀ ਨਿਕਲਦਾ, ਗਾਲ ਕੱਢ ਦਿੰਦਾ ਸੀ। ਬਾਅਦ ਵਿੱਚ ਸਿਆਣੇ ਮੱਤ ਕੀਤੀ ਵੀ ਨਹੀਂ, ਇਹਦੇ ਵਾਸਤੇ ਦੀ ਗੱਲ ਨਹੀਂ, ਬਸ ਤੁਸੀਂ ਜੋ ਕਰਨਾ ਕਰੀ ਜੋ, ਇਹਦੇ ਵਾਸੋਂ ਨਿਕਲ ਚੁੱਕਾ ਹੈ, ਇਹਦਾ ਅੰਦਰ ਸੜ ਚੁੱਕਾ ਹੈ, ਇੰਨਾ ਗਲ ਚੁੱਕਾ ਕਿ ਇਹਦੇ ਅੰਦਰ ਵਾਹਿਗੁਰੂ ਦੀ ਛਾਪ ਪੈਂਦੀ। ਸੰਗਤ ਦੀ ਕਿਰਪਾ ਨਾਲ ਪਤਾ ਨਹੀਂ ਉਹਦੇ ਪ੍ਰਾਣ ਨਿਕਲਣ ਤੋਂ ਬਾਅਦ ਕੀ ਬੀਤੇ ਆਉਣਾ, ਕੀ ਬਣਿਆ, ਤੇ ਉਹ ਜਾਣੇ, ਗੁਰ ਕਰਤਾ ਪੁਰਖ ਜਾਣੇ। ਪਰ ਅਸੀਂ ਗਾਥਾਵਾਂ 'ਚ ਸੁਣਿਆ ਸੀ ਨਾ ਕਿ ਉਹਦੇ ਮੁਖੋਂ ਸਾਧੂ ਕਹਿੰਦੇ ਸੀ ਰਾਮ ਬੋਲ, ਤੇ ਰਾਮ ਨਹੀਂ ਸੀ ਬੋਲਿਆ ਗਿਆ। ਪਰ ਉਦੋਂ ਉਸ ਵਕਤ ਦੇ ਸਾਧੂ ਤੇ ਬੜੇ ਗੰਭੀਰ ਤੇ ਗਹਿਨ ਚਿੰਤਨ ਵਾਲੇ ਸਨ, ਉਹਨਾਂ ਤੇ ਜੁਗਤ ਲੱਭ ਲਿਪ ਚਲ ਮਰਾ ਬੋਲ, ਤੇ ਮਰਾ ਬੋਲਿਆ ਰਾਮ ਬਣ ਗਿਆ। ਪਰ ਮੇਰੇ ਜਾਚ ਕੋਈ ਇਹੋ ਜਿਹਾ ਸਾਨੂੰ ਨਹੀਂ ਮਿਲਿਆ ਜੋ ਵਾਹਿਗੁਰੂ ਨੂੰ ਬਦਲ ਕੇ ਕਹਿੰਦਾ ਵੀ ਤੂੰ ਇੱਦਾਂ ਬੋਲ ਤੇ ਸ਼ਾਇਦ ਵਾਹਿਗੁਰੂ ਬਣ ਜਾਏ, ਪਰ ਨਹੀਂ ਬਣਿਆ। ਉਹ ਜਾਣੇ ਉਹਦਾ ਕਰਤਾ ਰੱਬ ਜਾਣੇ। ਪਰ ਵੇਖਿਆ ਹੈ ਮਨੁੱਖਤਾ ਦੇ ਅੰਦਰ ਅਗਰ ਅੰਦਰ ਭਰਪੂਰ ਗੁਬਾਰ ਪੰਘਾਰ ਭਰ ਜਾਏ ਵਿਚਾਰਾਂ ਦੇ ਵਿੱਚ, ਮਨ ਵਿੱਚ, ਤੇ ਨਹੀਂ ਜਪਿਆ ਜਾ ਸਕਦਾ। ਮਹਾਰਾਜ ਦਾ ਇੱਕ ਪਿਆਰਾ ਬਚਨ ਵੀ ਆਪਨੇ ਪੜ੍ਹਿਆ ਹੋਣਾ, ਜਦੋਂ ਹੌਲੀ ਹੌਲੀ ਸਰੀਰ ਵਿਕਾਰਾਂ ਦੇ ਨਾਲ ਉਮਰ ਕਰਕੇ ਗਲ ਜਾਂਦਾ ਹੈ ਨਾ, ਤੇ ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪਰਾਨੀ, ਉਦੋਂ ਫਿਰ ਕੰਠ ਤੋਂ ਉਚਾਰਨ ਨਹੀਂ ਹੁੰਦਾ, ਵਾਹਿਗੁਰੂ ਬੋਲਿਆ ਨਹੀਂ ਜਾਂਦਾ। ਔਰ ਉਹ ਕਿਉਂ ਹੁੰਦਾ ਹੈ? ਜਦੋਂ ਹੌਲੀ ਹੌਲੀ ਹੁਣ 30 ਕੁ ਸਾਲਾਂ ਬਾਅਦ ਉਹਨਾਂ ਚੀਜ਼ਾਂ ਦੀ ਕਦੇ ਕਦੇ ਯਾਦ ਆਉਂਦੀ ਹੈ, ਗੁਰਮਤਿ ਫਿਲਾਸਫੀ ਪੜ੍ਹਨ ਵਿਚਾਰਨ ਸਮਝਣ ਤੇ ਸਮਝ ਆਉਂਦੀ ਕਿਉਂ ਨਹੀਂ ਜਪਿਆ ਜਾਂਦਾ। ਵੀ ਭਾਈ ਅੰਦਰ ਇੰਨੀ ਮੈਲ ਪੈ ਚੁੱਕੀ ਹੈ, ਇਹਦੀ ਵਿਕਾਰਾਂ ਦਾ ਗੁਬਾਰ ਭਰ ਚੁੱਕਾ ਹੈ, ਜਿਹਨੂੰ ਤਾਂ ਭੀਤਰ ਭਰੀ ਭੰਗਾਰ ਕਹਿੰਦੇ ਨੇ। ਅੰਦਰ ਇੰਨੀ ਗੰਦਗੀ ਹੈ ਕਿ ਉੱਥੇ ਸ਼ੁੱਧਤਾ ਦਾ ਪ੍ਰਵੇਸ਼ ਹੀ ਕੋਈ ਨਹੀਂ। ਹਾਂ, ਜਾਂ ਕੋਈ ਪੂਰਨ ਸੰਤ ਮਿਲੇ, ਉਹ ਸਿਰ 'ਤੇ ਹੱਥ ਰੱਖ ਦੇਵੇ ਤੇ ਸ਼ਾਇਦ ਕਰਾਮਾਤ ਕੋਈ ਹੋ ਜਾਏ, ਨਹੀਂ ਤੇ ਫਿਰ ਉਹ ਆਪਣੇ ਫਿਰ ਤੇ ਬੋਝ ਗਲੇ ਸਹਵੇ ਜੀ ਆਪਣਾ ਕੀ ਹੁਣ ਤੂੰ ਸਹਿ ਭਾਈ, ਹੁਣ ਮਾਰ ਛੜੀਆਂ ਛਟਪਟਾ, ਫਿਰ ਬਨ ਕੇ ਬਿਸਤਰ 'ਤੇ ਪਾਲਣਗੇ ਜਦ ਤੱਕ ਪ੍ਰਾਣ ਨਹੀਂ ਨਿਕਲਣਗੇ। ਖਿਮਾ ਕਰਨਾ ਗੁਸਤਾਖੀ ਦੀ ਮਾਫੀ, ਕਦੇ ਕਦੇ ਹਸਪਤਾਲਾਂ 'ਚ ਵੇਖਿਆ ਹੋਣਾ, ਬਿਸਤਰ ਤੇ ਬੰਨਿਆ ਹੁੰਦਾ ਹੈ, ਉੱਠ ਉੱਠ ਕੇ ਭੱਜਦਾ, ਬੇਚੈਨੀ ਛਟਪਟਾਹਟ, ਤੇ ਡਾਕਟਰ ਕੀ ਕਰਦੇ ਨੇ ਫਿਰ ਬਾਹਾਂ ਬੰਨ੍ਹ ਦਿੰਦੇ, ਲੈ ਪਏ ਪਿਆ ਰਹੇ, ਨਹੀਂ ਜਾ ਸਕਦਾ ਕਿਤੇ, ਪਰ ਸਹਿਣਾ ਪੈਣਾ, ਸਹਵੇ ਜੀਆ ਆਪਣਾ ਕੀਆ। ਕਿਉਂਕਿ ਜਦੋਂ ਸਾਡੇ ਕੋਲ ਬਲ ਹੁੰਦਾ ਹੈ, ਚੇਤਨਾ ਹੁੰਦੀ ਹੈ, ਅਸੀਂ ਉਦੋਂ ਪ੍ਰਵਾਹ ਨਹੀਂ ਕਰਦੇ ਰਾਮ ਕੀ, ਰੱਬ ਕੀ, ਵਾਹਿਗੁਰੂ ਕੀ ਲੈ। ਪਰ ਜਦੋਂ ਹੌਲੀ ਹੌਲੀ ਬਲ ਛੁੱਟਦਾ ਹੈ ਤੇ ਫਿਰ ਪਤਾ ਲੱਗਦਾ ਵਾਹਿਗੁਰੂ ਕੀ ਹੈ। ਹੌਲੀ ਹੌਲੀ ਸਮਝ ਆ ਜਾਏ ਤ੍ਰਿਸ਼ਨਾ ਦਾਦੀ, ਸਾਡੇ ਅੰਦਰ ਤ੍ਰਿਸ਼ਨ ਸਾੜ ਪੈਦਾ ਕਰ ਦਿੱਤਾ ਹੈ। ਤ੍ਰਿਸ਼ਨਾ ਦਾਦੀ ਜਲਮ ਹੋਈ, ਤ੍ਰਿਸ਼ਨਾ ਦੀ ਅੱਗ ਨੇ ਇੰਨਾ ਦਗਧ ਕਰ ਦਿੱਤਾ ਅੰਦਰੋਂ ਕਿ ਸੜ ਕੇ ਮਰ ਚੁੱਕੀ, ਚੇਤਨਾ ਮਰ ਚੁੱਕੀ ਇਹਦੀ। ਸਾਹ ਤਾਂ ਲੈ ਰਿਹਾ ਹੈ ਪਰ ਦੀ ਚੇਤਨਾ ਮਰ ਚੁੱਕੀ ਹੈ। ਯਾਦ ਰੱਖਣਾ, ਚੇਤਨਾ ਬਹੁਤੇ ਜੀਆਂ ਦੀ ਸਾਹ ਲੈਣ ਤੋਂ ਬਾਅਦ ਵੀ ਨਹੀਂ ਮਰਦੀ, ਤੇ ਕਹਿੰਦੀ ਸਾਹ ਲੈਂਦਿਆਂ ਲੈਂਦਿਆਂ ਮਰ ਜਾਂਦੀ ਹੈ। ਅਸੀਂ ਕਿਤੇ ਇਸ ਗੱਲ ਨੂੰ, ਕਿਉਂਕਿ ਦਾਰਸ਼ਨਿਕ ਰਹੱਸਵਾਦ ਹੈ, ਜਿਸ ਦਾ ਜਵਾਬ ਗਣਿਤ ਦੇ 2 ਤੇ 2 4 ਵਰਗਾ ਨਹੀਂ ਆ, ਹਰ ਇੱਕ ਦੇ ਅਨੁਭਵਾਂ ਦਾ ਵੱਖਰਾ ਵੱਖਰਾ ਹੈ। ਸਾਡਾ ਜੋ ਜੀਵਨ ਚੇਤਨ ਪੱਖ ਹੈ, ਜੋ ਅਸੀਂ ਕਦੇ ਕਦੇ ਕਹਿੰਦੇ ਮੇਰਾ ਜੀਵਨ ਕੈਸੇ, ਭਗਤ ਕਬੀਰ ਸਦਕ ਬਚਨ ਕਿਤੇ ਨੇੜੇ ਪਿੱਛੇ ਆਪਨੇ ਪੜ੍ਹਿਆ ਹੋਣਾ, ਗੌੜੀ ਕਬੀਰ ਜੀ ਇੱਕ ਬਚਨਾ ਚਾਹੇ, ਕੈਸੇ ਜੀਵਨ ਹੋਏ ਹਮਾਰਾ, ਮੇਰੇ ਅੰਦਰੋਂ ਜੀਵਨ ਕਿਸ ਤਰ੍ਹਾਂ ਪਨਪੇਗਾ, ਮੇਰੇ ਅੰਦਰੋਂ ਜੀਵਨ ਕੈਸੇ ਪ੍ਰਗਟ ਹੋਏਗਾ। ਮੈਂ ਜਨਮ ਲੈ ਚੁੱਕਾ ਹਾਂ, ਸਾਹ ਲੈ ਰਿਹਾ ਹਾਂ, ਠੀਕ ਹੈ, ਖਾ ਰਹੇ ਹਾਂ, ਹੰਡਾ ਰਹੇ ਹਾਂ, ਪਾ ਰਹੇ ਹਾਂ, ਪਰ ਕੀ ਮੇਰੇ ਅੰਦਰ ਜੀਵਨ ਵੀ ਪੈਦਾ ਹੋ ਚੁੱਕਾ ਹੈ? ਨਹੀਂ, ਕਿਤੇ ਐਸਾ ਨਾ ਹੋਵੇ ਜੀਵਨ ਪੈਦਾ ਹੋਣ ਤੋਂ ਪਹਿਲਾਂ ਮੈਂ ਮਰ ਜਾਵਾਂ, ਤੇ ਜੇ ਉਹ ਅੰਦਰਲਾ ਜੀਵਨ ਪੈਦਾ ਹੋਣ ਤੋਂ ਪਹਿਲਾਂ ਮਰ ਗਏ ਤੇ ਫਿਰ ਜਨਮਾਂਗੇ, ਫਿਰ ਮਰਾਂਗੇ, ਫਿਰ ਪਤਾ ਨਹੀਂ ਜੋਨ ਕਿਹੜੀ ਮਿਲੇਗੀ, ਪਤਾ ਨਹੀਂ। ਇਸੇ ਕਰਕੇ ਗੁਰਮੁਖ ਭਗਤ ਸਦਾ ਕਹਿੰਦੇ ਨੇ ਸਾਡੇ ਅੰਦਰੋਂ ਇੱਕ ਜੀਵਨ ਪੈਦਾ ਹੋਣਾ ਚਾਹੀਦਾ ਹੈ, ਔਰ ਉਹ ਅੰਦਰਲਾ ਜੀਵਨ ਸੰਗਤ ਦੇ ਵਿੱਚ ਹੀ ਪੈਦਾ ਹੋਣਾ ਜੇ ਹੈ। ਹਰ ਹਿਰਦੇ ਵਿੱਚ ਸੰਭਾਵਨਾ ਕਿ ਇਹਦੇ ਵਿੱਚੋਂ ਜੀਵਨ ਪੈਦਾ ਹੋ ਜਾਏਗਾ, ਪਰ ਸਾਰਿਆਂ ਦੇ ਵਿੱਚੋਂ ਪੈਦਾ ਨਹੀਂ ਹੁੰਦਾ। ਦਰਸ਼ਨ 'ਚ ਅਸੀਂ ਫਿਲਾਸਫੀ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਹਰ ਦਾਣੇ ਦੇ ਵਿੱਚ ਉੱਗਣ ਦੀ ਸਮਰੱਥਾ ਹੈ। ਆ ਜਿਤਨੇ ਵੀ ਦਾਣੇ ਅਸੀਂ ਖਾਂਦੇ ਹਨ ਭਰ ਕੇ, ਪਦਾਰਥਾਂ ਕਰਕੇ, ਬੀਜਾਂ ਕਰਕੇ, ਹਰ ਦਾਣੇ ਦੇ ਵਿੱਚ ਕਰਤੇ ਨੇ ਉੱਗਣ ਦੀ ਸਮਰੱਥਾ ਰੱਖੀ ਹੈ। ਪਰ ਜ਼ਰੂਰੀ ਤਾਂ ਨਹੀਂ ਕਿ ਹਰ ਦਾਣਾ ਉੱਗਦਾ ਹੈ, ਜੈਸਾ ਜ਼ਰੂਰੀ ਤਾਂ ਨਹੀਂ ਕਹਿਣਾ, ਉਹਦੇ ਭਾਗ ਨੇ, ਦਾਣੇ ਦੇ ਵੀ ਭਾਗ ਨੇ।
ਸਾਨੂੰ ਅਜੇ ਸਮਝ ਨਹੀਂ, ਦਾਣਿਆਂ ਦੇ ਵੀ ਭਾਗ ਨੇ, ਕਿਹੜੇ ਦਾਣੇ ਨੂੰ ਉਗਣਾ ਹੈ, ਕਿਹੜੇ ਨੂੰ ਪਿਸਣਾ ਹੈ। ਕਈਆਂ ਨੇ ਦਾਣਿਆਂ ਨੇ ਸੜਨਾ ਹੁੰਦਾ। ਅੱਜ ਕੱਲ੍ਹ ਕਹਿੰਦੇ ਰੋਸਟ ਆਪਾਂ ਖਾਂਦੇ ਨਹੀਂ ਅਨਾਜ, ਨਾ ਉੱਗੇ ਨੇ ਅਤੇ ਨਾ ਪਿਸੇ ਨੇ, ਵਿਚਾਰੇ ਭੁੱਜ ਗਏ ਨੇ। ਭੁੰਨ ਦਿੱਤੇ ਨੇ ਅਗਲੇ, ਹੁਣ ਭੁੰਨ ਕੇ ਖਾਣਗੇ। ਇਹ ਸਭ ਭਾਗਾਂ ਦਾ ਖੇਲ ਹੈ। ਹਰ ਜੀ ਤਾਂ ਇਹ ਕਹਿੰਦੇ ਦਾਣੇ ਦਾਣੇ 'ਤੇ ਕਿਸੇ ਖਾਣ ਵਾਲੇ ਦਾ ਨਾਮ ਲਿਖਿਆ ਹੋਇਆ। ਉਹਨਾਂ ਦੇ ਅੰਦਰ ਉੱਗਣ ਦੀ ਸਮਰੱਥਾ ਕਰਤੇ ਨੇ ਪਾਈ ਹੈ। ਉੱਗੇਗਾ ਕਿ ਨਹੀਂ ਇਹ ਪਤਾ ਨਹੀਂ। ਅਤੇ ਚਲੋ ਉੱਗਣਾ ਵਿੱਚ ਕੀ ਚਾਹੀਦਾ ਵੀ ਉਹਨੂੰ, ਕਿ ਸਾਡੇ ਮਟਕੇ 'ਚ ਪਏ, ਸਾਡੇ ਭੜੋਲੇ 'ਚ ਪਏ ਦਾਣੇ, ਸਟੋਰ 'ਚ ਪਏ ਦਾਣੇ ਉੱਗ ਜਾਣਗੇ? ਕਹਿਣ ਲੱਗੇ ਨਹੀਂ। ਕੀ ਕਰਨਾ ਪਏਗਾ? ਜੇ ਦਾਣੇ ਨੂੰ ਉੱਗਣ ਦੇ ਭਾਗ ਵੱਲ, ਤਾਂ ਉਹਨੂੰ ਜ਼ਮੀਨ ਚਾਹੀਦੀ ਹੈ। ਜ਼ਮੀਨ ਵੀ ਉਹਦੇ ਅਨੁਕੂਲ ਚਾਹੀਦੀ ਹੈ। ਇਹ ਨਾ ਹੋਵੇ ਕਿ ਕਿਤੇ ਬੰਜਰ ਜ਼ਮੀਨ 'ਚ ਪੈ ਗਿਆ ਥੋੜ੍ਹਾ ਉੱਗੇਗਾ, ਕਿਸੇ ਛਿਟਕ ਦਿੱਤਾ ਕਿਸੇ ਪੱਥਰਾਂ 'ਤੇ ਪੈ ਗਿਆ ਥੋੜ੍ਹਾ ਉੱਗੇਗਾ। ਜ਼ਮੀਨ ਕੂਲੀ ਹੋਣੀ ਚਾਹੀਦੀ ਆ, ਜ਼ਮੀਨ 'ਚ ਨਮੀ ਹੋਣੀ ਚਾਹੀਦੀ ਆ, ਅਤੇ ਉਹ ਦਾਣਾ ਜ਼ਮੀਨ ਦੇ ਵਿੱਚ ਜਾਣਾ ਚਾਹੀਦਾ, ਤਦ ਜਾ ਕੇ ਕਿਤੇ ਦਾਣਾ ਉੱਗੇਗਾ। ਬੜੇ ਨਿੱਕੇ ਨਿੱਕੇ ਕਾਰਨ ਨੇ ਤਦ ਜਾ ਕੇ ਕਿਤੇ ਉਹ ਦਾਣਾ ਉੱਗੇਗਾ। ਜ਼ਮੀਨ ਵਗੀ ਹਵਲੇ ਕੂਲੀ ਹੋਵੇ, ਉਹ 'ਚ ਨਮੀ ਬਰਕਰਾਰ ਹੋਵੇ, ਫਿਰ ਉਹਦੇ ਵਿੱਚ ਦਾਣਾ ਜ਼ਮੀਨ ਦਾ ਢੱਕਿਆ ਜਾਏ, ਤਦ ਕਿਤੇ ਉਹ ਦਾਣਾ ਉੱਗਦਾ ਹੈ। ਅਤੇ ਉੱਗ ਜਾਏ ਅਤੇ ਫਿਰ ਜ਼ਰੂਰੀ ਥੋੜ੍ਹਾ ਕਿ ਫਲ ਲੱਗੇਗਾ। ਆ ਬਜ਼ੁਰਗਾਂ ਨੂੰ ਪਤਾ ਹੋਣਾ, ਜਿਵੇਂ ਅੱਜ ਕੱਲ੍ਹ ਕਣਕਾਂ ਦਾ ਮੌਸਮ ਹੈ, ਕਣਕਾਂ ਦੇ ਦਾਣੇ ਉੱਗਦੇ ਨੇ, ਅਤੇ ਉੱਗਦਿਆਂ ਨੂੰ ਹੀ ਚਿੜੀਆਂ ਚੁਗ ਚੁਗ ਖਾ ਰਹੀਆਂ ਨੇ। ਉਡਾਣੇ ਪੈਂਦੇ, ਚਿੜੀਆਂ ਬਚਾਉਣੇ ਪੈਂਦੇ ਨੇ। ਪਤਾ ਨਹੀਂ ਭਾਗਾਂ ਤੱਕ ਕੇ ਪੱਕਣ ਤੱਕ ਜਾਏਗਾ ਕਿ ਨਹੀਂ। ਇੱਕ ਬੜਾ ਪਿਆਰਾ ਕਬੀਰ ਸਾਹਿਬ ਦਾਰਸ਼ਨਿਕ ਮੰਡਲ ਹੈ, ਫਲ ਲਾ ਕੇ ਫਲਨ ਕਬੀਰ, ਫਲ ਲਾ ਕੇ ਫਲਨ ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਬ। ਮਾਲਕ ਦੀ ਟੋਕਰੀ ਤੱਕ ਕਿਹੜੇ ਫਲ ਪਹੁੰਚਣਗੇ ਜਿਨ੍ਹਾਂ 'ਚ ਵਿਚਕਾਰ ਕੋਈ ਰੁਕਾਵਟ ਨਹੀਂ ਆਏਗੀ, ਕੋਈ ਕਾਂ ਨਹੀਂ ਚੁੰਝ ਮਾਰੇਗਾ, ਕੋਈ ਹੋਰ ਵਿਕਾਰ ਨਹੀਂ ਆਏਗਾ। ਉਹ ਫਲ ਬਗੀਚੇ 'ਚੋਂ ਤੋੜ ਕੇ ਮਾਲਕ ਦੀ ਟੋਕਰੀ ਤੱਕ ਪਹੁੰਚਣਗੇ, ਜਿਹੜੇ ਫੁੱਲ ਲੱਗਣ ਤੋਂ ਲੈ ਕੇ ਪੱਕਣ ਤੱਕ ਵਿਚਕਾਰ ਕਿਸੇ ਵੀ ਰੁਕਾਵਟਾਂ ਤੋਂ, ਕਿਸੇ ਪ੍ਰਕਾਰ ਦੇ ਦੁਸ਼ਪ੍ਰਭਾਵਾਂ ਤੋਂ ਬਚੇ ਰਹਿਣਗੇ। ਨਹੀਂ ਤਾਂ ਹਰ ਫਲ ਦੇ ਭਾਗਾਂ 'ਚ ਥੋੜ੍ਹਾ ਹੈ ਕਿ ਉਹ ਪੱਕੇਗਾ ਅਤੇ ਮਾਲਕ ਦੀ ਟੋਕਰੀ 'ਚ ਜਾਏਗਾ। ਕਈ ਵਿਚਾਰੇ ਪੂੰਗੀ ਹਵਾ ਨਾਲ ਝੜ ਜਾਂਦੇ ਨੇ, ਕੁਝ ਝੜ ਗਏ ਅਤੇ ਨਿਆਣੇ ਤੋੜ ਦਿੰਦੇ ਨੇ, ਕੋਈ ਕਾਂ ਖਾ ਜਾਂਦੇ ਨੇ, ਕੁਝ ਪੱਕੇ ਅਤੇ ਕੀੜਾ ਲੱਗ ਜਾਂਦਾ, ਪਤਾ ਨਹੀਂ ਕੀ ਕੁਝ ਵਾਪਰਦਾ ਹੈ। ਪਰ ਉਹਨਾਂ ਦੇ ਵਿੱਚੋਂ ਹੀ ਕੁਝ ਦਾਣੇ, ਕੁਝ ਫਲ ਐਸੇ ਵੀ ਹੁੰਦੇ ਨੇ ਜੋ ਬੜੇ ਸੋਹਣੇ ਪੱਕਦੇ ਨੇ, ਅਤੇ ਮਾਲੀ ਪਿਆਰ ਨਾਲ ਤੋੜ ਕੇ ਸਾਫ ਸੁਥਰੇ ਫਿਰ ਟੋਕਰੀ ਸਜਾ ਕੇ ਆਪਣੇ ਮਾਲਕ ਦੇ ਅੱਗੇ ਪੇਸ਼ ਕਰ, ਤੁਹਾਡੇ ਬਾਗ ਦੇ ਸੁੰਦਰ ਫਲ। ਇਸੇ ਤਰ੍ਹਾਂ ਸੀ ਤੁਸੀਂ ਜੀ ਜਿਹੜੇ ਹੈ ਨਾ, ਇਹ ਸੰਸਾਰ ਬਾਗ ਦਾ ਲੱਗੇ ਤੇ ਹਾਂ ਦਾਣਿਆਂ ਵਾਂਗ, ਫਲਾਂ ਵਾਂਗ, ਪਰ ਮਾਲਕ ਦੇ ਦਰ ਤੱਕ ਕਿਹੜੇ ਪਹੁੰਚਾਂਗੇ ਸਾਨੂੰ ਪਤਾ ਨਹੀਂ। ਉਹਨਾਂ ਫਲਾਂ ਨੂੰ ਤੇ ਚੇਤਨਾ ਦਾ ਪੱਖ ਨਹੀਂ ਮਿਲਿਆ, ਸਾਨੂੰ ਤੇ ਮਿਲਿਆ ਹੈ, ਪਰ ਸਾਡੇ ਵਿੱਚ ਥੋੜ੍ਹੀ ਬਹੁਤੀ ਸੰਭਾਲ ਅਸਾਂ ਕਰਨੀ, ਆਪਣੇ ਆਪ ਨੂੰ ਬਚਾ ਕੇ ਰੱਖੀਏ, ਮਤਾ ਮਾਲਕ ਦੇ ਦਰ ਤੱਕ ਪਹੁੰਚ ਸਕੀਏ। ਪਰ ਅਸੀਂ ਨਹੀਂ ਪਹੁੰਚ ਪਾ ਰਹੇ। ਸਾਡੇ 'ਚ ਬਹੁਤੇ ਜੀਵ ਰਾਹ 'ਚ ਵਿਕਾਰਾਂ ਦੇ ਕਾਂ ਚੁੰਝਾਂ ਸਾਨੂੰ ਮਾਰ ਦਿੰਦੇ ਨੇ, ਅਸਾਂ ਦੇ ਜੀਵਨ ਦਾਗੀ ਹੋ ਜਾਂਦੇ ਨੇ, ਨਤੀਜਨ ਅਸੀਂ ਫਿਰ ਮਿੱਟੀ ਘੱਟੇ ਰੁਲ ਜਾਂਦੇ ਹਾਂ। ਗੁਰਦੇਵ ਕਿਰਪਾ ਕਰਨ ਸਾਨੂੰ ਜੀਵਨ ਦੇ ਰਹੱਸ ਹੌਲੀ ਸਮਝ ਆ ਜੇ ਕਿ ਸਾਨੂੰ ਜੋ ਜੀਵਨ ਜਨਮ ਕਰਕੇ ਮਿਲਿਆ ਕਿਸੇ ਸਿਖਰ 'ਤੇ ਪਹੁੰਚਣ ਲਈ ਮਿਲਿਆ। ਇੱਥੋਂ ਦੀਆਂ ਹੀ ਚੌਧਰਾਹਟਾਂ ਵਾਸਤੇ ਲੜਨ ਭਿੜਨ ਵਾਸਤੇ ਨਹੀਂ ਮਿਲਿਆ ਹੈ, ਇਹ ਜੀਵਨ ਕਿਤੇ ਪਹੁੰਚਣ ਵਾਸਤੇ ਮਿਲਿਆ। ਅਤੇ ਉੱਥੇ ਪਹੁੰਚਣ ਵਾਸਤੇ ਤਦ ਹੀ ਪਹੁੰਚਾਂਗੇ ਜੇ ਰਾਹ 'ਚ ਸੜੇ ਨਾ, ਜੇ ਗਲੇ ਨਾ, ਜੇ ਕਾਵਾਂ ਨੇ ਨਾ ਚੁੰਝਾਂ ਮਾਰੀਆਂ, ਤੋਤੇ ਨਾ ਡੁੰਗ ਗਏ, ਕੋਈ ਕੀੜਾ ਨਾ ਲੱਗ ਜਾਏ। ਬੜੇ ਦਾਣੇ ਨੇ ਜਿਹਨਾਂ ਨੂੰ ਹੰਕਾਰ ਦਾ ਕੀੜਾ ਲੱਗ ਜਾਂਦਾ, ਬਾਹਰੋਂ ਠੀਕ ਹੈ ਬਹੁਤ ਵਧੀਆ ਲੱਗਦੇ ਨੇ, ਪਰ ਅੰਦਰ ਹੰਕਾਰ ਦਾ ਕੀੜਾ ਹੁੰਦਾ। ਮਾਲਕ ਖਰੀਦ ਕੇ ਵੀ ਸਿੱਟ ਦਿੰਦਾ। ਬਾਜ਼ਾਰ 'ਚ ਆਪਾਂ ਦੇਖਦੇ ਨੇ ਫਲ ਲੈ ਕੇ ਆਏ ਤਾਂ ਉੱਤੋਂ ਬਹੁਤ ਵਧੀਆ ਹੈ, ਪਰ ਜਦੋਂ ਉਹਨੂੰ ਚੀਰਿਆ ਤੇ ਵਿੱਚ ਕੀੜੇ ਭਰੇ ਨੇ। ਇਸ ਤਰ੍ਹਾਂ ਅਸੀਂ ਉੱਤੋਂ ਬੜੇ ਵਧੀਆ ਪਾਲਿਸ਼ ਕੀਤੇ, ਚੰਗੇ ਕੱਪੜੇ ਪਾਏ ਨੇ ਸਾਨੇ, ਪਰ ਜਰਾ ਕੁ ਅੰਦਰ ਕੋਈ ਝਾਤ ਪਾ ਕੇ ਦੇਖਦਾ ਹੰਕਾਰ ਦਾ, ਹਉਮੈ ਦਾ ਕੀੜਾ ਭਰਿਆ ਪਿਆ। ਬਹੁਤੇ ਨੇ ਵਿਕਾਰਾਂ ਨੇ ਕਾਣੇ ਕੀਤਾ ਹੋਏ ਸਾਨੂੰ। ਮਾਲਕ ਦੇ ਦਰ ਤੱਕ ਬੜਾ ਔਖਾ ਹੈ। ਮਾਲਕ ਦੇ ਦਰ ਤੱਕ ਕੋਈ ਪਹੁੰਚੇਗਾ ਜੋ ਵਿਕਾਰਾਂ ਦੇ ਚੋਟਾਂ ਤੋਂ ਕਾਣਾ ਦਾਗੀ ਨਹੀਂ ਹੋਇਆ, ਵਿਕਾਰਾਂ ਦੇ ਕਰਕੇ ਦਾਗ ਨਹੀਂ ਲੱਗੇ, ਜਿਹਦੇ ਅੰਦਰ ਹਉਮੈ ਦਾ, ਹੰਕਾਰ ਦਾ ਕੀੜਾ ਨਹੀਂ ਲੱਗਾ, ਜੋ ਸਾਫ ਸੁਥਰਾ ਸੀ। ਕਿਨੇ ਭਾਗਾਂ ਦਾ ਖੇਲ ਹੈ, ਪਰ ਚੂੰਕਿ ਅਸੀਂ ਮਨੁੱਖ ਹਾਂ, ਇਸ ਕਰਕੇ ਭਾਗਾਂ ਦੇ ਨਾਲ ਨਾਲ ਚੇਤਨਤਾ ਦਾ ਵੀ ਖੇਲ ਹੈ।
ਬਾਕੀ ਸਾਡੇ ਤੋਂ ਸਿਵਾ ਬਾਕੀ ਜਿਤਨੀਆਂ ਜੂਨਾਂ ਨੇ, ਜਿਤਨੇ ਜਨਮ ਨੇ, ਜੋ ਕੁਝ ਵੀ ਕੁਦਰਤ ਵਿੱਚ ਹੈ, ਉਹਨਾਂ ਸਾਰਿਆਂ ਦੇ ਭਾਗਾਂ ਦਾ ਖੇਲ ਹੈ। ਪਰ ਸਾਡੇ ਨਾਲ ਮਨੁੱਖ ਹੋਣ ਦੇ ਨਾਤੇ ਭਾਗਾਂ ਦੇ ਨਾਲ ਸਾਨੂੰ ਚੇਤਨਤਾ ਦਾ ਖੇਲ ਵੀ ਮਿਲਿਆ। ਅਸੀਂ ਭਾਗਾਂ ਦਾ ਵੀ ਹੰਡਾਣਾ ਵਰਤਣਾ ਹੈ, ਪਰ ਭਾਗਾਂ ਦੇ ਵਿੱਚ ਅਸਾਂ ਆਪਣੀ ਚੇਤਨਤਾ, ਆਪਣੀ ਸਿਆਣਪ ਜੋ ਮਾਲਕ ਨੇ ਬਖਸ਼ੀ ਹੈ, ਉਹਨੂੰ ਵੀ ਤੇ ਵਰਤਣਾ ਨਾ। ਮਤਾਂ ਕੱਲ੍ਹ ਨੂੰ ਪੁੱਛੇਗਾ, ਠੀਕ ਹੈ ਭਾਗ ਤੇਰੇ ਚੰਗੇ ਮੰਦੇ ਸੀ, ਉਹ ਤੇ ਛੱਡ, ਤੂੰ ਕੀ ਕੀਤਾ ਹੈ? ਭਾਗਾਂ ਕਰਕੇ ਤੇ ਜਗ੍ਹਾ ਮਿਲ ਗਈ ਨਾ ਸਾਨੂੰ, ਜਿੱਥੇ ਆਪਾਂ ਬੈਠੇ ਹਾਂ। ਇਹ ਸਾਡੇ ਜ਼ੋਰ ਕਰਕੇ ਨਹੀਂ ਜਗ੍ਹਾ ਮਿਲੀ, ਭਾਗਾਂ ਕਰਕੇ ਮਿਲ ਗਈ ਹੈ। ਸੋਹਣਾ ਥਾਂ ਮਿਲ ਗਿਆ ਹੈ, ਗਰਮੀ ਸਰਦੀ ਤੋਂ ਬਚਣ ਵਾਸਤੇ ਇੰਤਜ਼ਾਮ ਹੋਏ ਨੇ, ਭੋਜਨ ਪ੍ਰਸ਼ਾਦ ਵਧੀਆ ਛਕੇ ਹੈ, ਰਾਤੀ ਸੁੱਤੇ ਹਾਂ, ਉੱਠ ਕੇ ਸਤਸੰਗਤ ਵਿੱਚ ਆਉਣ ਤੱਕ ਦਾ ਸਾਨੂੰ ਭਾਗਾਂ ਕਰਕੇ ਥਾਂ ਮਿਲ ਗਿਆ ਹੈ। ਪਰ ਜੇ ਸਾਹਿਬ ਪੁੱਛ ਲੈਣਗੇ ਵੀ ਸੰਗਤ ਵਿੱਚ ਜਾ ਕੇ ਤੂੰ ਕੀ ਕੀਤਾ ਤੇ ਕੀ ਜਵਾਬ ਦੇਂਗਾ ਕਿ ਮੈਂ ਜਪਿਆ ਸੀ ਵਾਹਿਗੁਰੂ ਵਾਹਿਗੁਰੂ? ਨਹੀਂ, ਮੈਂ ਤੇ ਉੱਥੇ ਨੁਕਤਾਚੀਨੀ ਕਰਦਾ ਰਹਿ ਗਿਆ, ਮੈਂ ਤੇ ਨਿੰਦਾ ਧਿਆਨ ਦੂਜੇ ਪਾਸੇ ਰਹਿ ਗਿਆ। ਨਹੀਂ, ਇੱਥੇ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ, ਇਸ ਸਰੋਵਰ 'ਚੋਂ ਹੰਸਾਂ ਨੇ ਪ੍ਰਾਨਪਤੀ ਨੂੰ ਪ੍ਰਾਪਤ ਕੀਤਾ। ਭਾਈ ਤੂੰ ਵੀ ਚੁਗ ਇੱਥੋਂ ਕੁਝ। ਸਾਡੀ ਹਾਲਾਤ ਹੈ ਤ੍ਰਿਸ਼ਨਾ ਦਾ ਦੀ ਜਲ ਮੋਈ। ਤੇ ਹੁਣ ਜਿਨ੍ਹਾਂ ਦੀ ਚੇਤਨਾ ਥੋੜ੍ਹੀ ਜਾਗ ਗਈ, ਉਹ ਕੀ ਕਰਦੇ ਨੇ? ਸਾਡੇ ਅੰਦਰ ਦੀ ਸਾਨੂੰ ਸਮਝ ਨਹੀਂ ਜੀ ਆ ਰਹੀ। ਜਿਨ੍ਹਾਂ ਦੇ ਅੰਦਰ ਥੋੜ੍ਹੀ ਜਿਹੀ ਜਾਗਰਤੀ ਪੈਦਾ ਹੋ ਗਈ, ਉਹਨਾਂ ਦੀ ਜੋ ਰੂਹ ਹੈ ਉਹ ਪੁਕਾਰ ਕਰਦੇ ਪਈਏ, ਜਲਦੀ ਕਰੇ ਪੁਕਾਰ। ਇੱਥੋਂ ਦੇ ਵਿਕਾਰਾਂ ਦੇ ਆਗ ਵਿੱਚ ਸੜਦੀ ਭੁੱਜਦੀ ਰੂਹ ਪੁਕਾਰ ਕਰਦੀ, ਸੱਚੇ ਪਾਤਸ਼ਾਹ ਬਖਸ਼ ਲਓ, ਕਿਤੇ ਮੈਨੂੰ ਸੰਸਾਰ ਦੀ ਨਾ ਅਗਨੀਆਂ ਤੋਂ, ਵਿਕਾਰਾਂ ਤੋਂ ਮੈਨੂੰ ਬਚਾ ਲਓ। ਇਹਦਾ ਅੰਦਰ ਵਲਦੀ ਹੋਈ ਅੱਗ ਦਾ ਦਰਸ਼ਨ ਕਰਨਾ ਹੋਵੇ ਨਾ, ਤਾਂ ਜਗਤ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਹੈ ਕਿ ਭਾਵੇਂ ਜਿਵੇਂ ਅਸੀਂ ਲੋਹਾਰਾਂ ਦੀ ਭੱਠੀਆਂ ਬਲਦੀਆਂ ਵੇਖੀਆਂ ਨਾ, ਉਹ ਸੰਨੀ ਦੇ ਨਾਲ ਲੋਹੇ ਨੂੰ ਕਦੇ ਇਸ ਪਾਸੇ ਤੇ ਕਦੇ ਇਸ ਪਾਸੇ, ਤੇ ਮਹਾਰਾਜ ਵੀ ਕਹਿਣ ਲੱਗੇ ਇੱਥੇ ਤੇ ਬੜੇ ਕੋਲੇ ਬਲਦੇ ਤੇ ਸੰਨੀ ਚਿੰਤ ਭਾਈ, ਚਿੰਤਾ ਦੀ ਸੰਨੀ ਦੇ ਨਾਲ ਆਪਣੇ ਪਹਿਲੂ ਬਦਲਦੇ, ਕਦੇ ਆਹ ਪਾਸਾ ਤੇ ਕਦੇ ਆਹ ਪਾਸਾ। ਕੋਇਲੇ ਪਾਪ ਪੜੇ ਤਨ ਉੱਪਰ, ਮਨ ਜਲਿਆ ਸੰਨੀ ਚਿੰਤ ਭਾਈ। ਪਾਪਾਂ ਦੇ ਕੋਲੇ ਪੈ ਰਹੇ ਨੇ, ਅੰਦਰ ਮਨ ਸੜਦਾ ਪਿਆ ਏ, ਤੇ ਚਿੰਤਾ ਦੀ ਸੰਨੀ ਦੇ ਨਾਲ ਪਹਿਲੂ ਬਦਲ ਰਹੇ ਆ, ਪਾਸੇ ਬਦਲ ਰਹੇ ਆ। ਸਾਰੀ ਰਾਤ ਪਾਸੇ ਬਦਲਦਿਆਂ ਨਿਕਲ ਜਾਂਦੀ, ਨੀਂਦ ਨਹੀਂ ਹੁੰਦੀ, ਦਿਨ ਭਰ ਪਾਸੇ ਬਦਲਦਿਆਂ ਗੁਜ਼ਰ ਜਾਂਦੀ, ਚੈਨ ਨਹੀਂ ਪੈਂਦਾ। ਇਸੇ ਤਰ੍ਹਾਂ ਤੇ ਅਸੀਂ ਤੁਰੇ ਫਿਰਦੇ ਆ। ਅੰਦਰੋਂ ਫਿਰ ਚੇਤਨਾ ਸੜਦੀ ਸੜਦੀ ਪੁਕਾਰ ਕਰਦੀ, ਮਹਾਰਾਜ ਕਿਤੇ ਮੇਰੇ ਤੇ ਕਿਰਪਾ ਕਰ, ਸਤਿਗੁਰ ਸ਼ੀਤਲ ਜੇ ਮਿਲੇ, ਕਿਤੇ ਮੈਨੂੰ ਵੀ ਗੁਰੂ ਮਿਲ ਜਾਏ। ਇਹਦਾ ਇੱਕ ਦਾਰਸ਼ਨਿਕ ਹੋਰ ਕਰਨਾ। ਬਾਬਾ ਕਬੀਰ ਸਾਹਿਬ ਜੀ ਬੜਾ ਪਿਆਰਾ, ਬਿਲਕੁਲ ਮਿਲਦਾ ਜੁਲਦਾ ਬਚਨ ਹੈ ਇਹ। ਹਾਲਾਂਕਿ ਇੰਝ ਕਹਿ ਸਕੇ ਕਿ ਬਾਬਾ ਕਬੀਰ ਸਾਹਿਬ ਜੀ ਬਚਨ ਦੀ ਗਹਿਰੀ ਵਿਆਖਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ। ਕਬੀਰ ਬਨ ਕੀ ਦਾਦੀ ਲਾਕਰੀ, ਜਲਦੀ ਕਰੇ ਪੁਕਾਰ। ਆ ਜੰਗਲ 'ਚ ਵੇਖਿਆ ਹੋਣਾ, ਹੁਣ ਤੇ ਹਾਲਾਤ ਥੋੜ੍ਹੇ ਬਦਲੇ ਨੇ। ਨਹੀਂ ਤੇ ਕਹਿੰਦੇ ਸੀ ਲੱਕੜ ਦਾ ਕੂੜਾ ਤੇ ਪੱਥਰ ਦਾ ਕੂੜਾ, ਜਦੋਂ ਭੱਠੀਆਂ ਘਰਾਂ 'ਚ ਬਲਦੀਆਂ ਸਨ, ਬਹੁਤ ਸਾਰਾ ਘਰਾਂ ਦਾ ਕੰਮ, ਦੁਕਾਨਾਂ ਤੇ ਹਲਵਾਈਆਂ ਦੀ ਭੱਠੀਆਂ ਹੀ ਚਲਦੀਆਂ ਸਨ। ਤੇ ਦੋ ਪ੍ਰਕਾਰ ਦਾ ਕੂੜਾ ਬਾਜ਼ਾਰਾਂ 'ਚ ਮਿਲਦਾ ਸੀ, ਇੱਕ ਜੰਗਲ ਦਾ ਕੂੜਾ ਜੋ ਲੋਕ ਬਣਾਉਂਦੇ ਸਨ, ਤੇ ਇੱਕ ਪੱਥਰ ਦਾ ਕੂੜਾ ਜੋ ਖਾਦਾਨਾਂ 'ਚੋਂ ਨਿਕਲਦਾ, ਨੂੰ ਪੱਥਰ ਦਾ ਕੂੜਾ ਕਹਿੰਦੇ ਸੀ। ਤੇ ਆਮ ਤੌਰ 'ਤੇ ਲੋਕ ਕੀ ਕਹਿੰਦੇ, ਜੰਗਲ 'ਚੋਂ ਗਿੱਲੀ ਲੱਕੜ ਵੱਢਣੀ, ਅੱਗ ਦੇ ਵਿੱਚ ਸਾੜਨੀ, ਪਰ ਪੂਰੀ ਨਹੀਂ ਸਾੜਨੀ, ਸਾੜ ਵੀ ਦੇਣੀ ਪਰ ਪੂਰਾ ਵੀ ਨਹੀਂ ਸਾੜਨਾ, ਉਹਦੇ ਕੋਲੇ ਬਣਾ ਦੇਣੇ, ਉਹ ਲਿਆ ਕੇ ਕੋਲੇ ਵੇਚ ਲੈਣੇ। ਮੰਨ ਲਓ ਕੋਈ ਲੱਕੜ ਵੱਢੀ ਗਈ, ਗਿੱਲੀ ਲੱਕੜ ਨੂੰ ਕਿਸੇ ਨੇ ਲਿਆ ਕੇ ਅੱਗ ਵਿੱਚ ਧਰ ਦਿੱਤਾ, ਹੁਣ 'ਚੋਂ ਧੂੰਆਂ ਨਿਕਲਦਾ ਪਿਆ, ਉਹਦਾ ਜੋ ਅੰਦਰ ਰਸ ਹੁੰਦਾ ਉਹ ਉਬਲਦਾ ਪਿਆ, ਉਹਦੇ ਅੰਦਰ ਜਾਨ ਹੈਗੀ ਹੈ ਜੇ। ਅਤੇ ਬਲਦੀ ਹੋਈ ਲੱਕੜ ਜਾਨ ਤੇ ਹੈ, ਪਰ ਪੁਕਾਰ ਕਰਦੀ ਕਿ ਹੇ ਰੱਬਾ, ਆ ਇੱਕ ਵਾਰ ਸੜਦੀ ਪਈ ਆ, ਕਿਤੇ ਮੇਰੇ 'ਤੇ ਕਿਰਪਾ ਕਰ ਦਿਓਗੇ। ਬਨ ਕੀ ਦਾਦੀ ਲਾਕਰੀ, ਜਲਦੀ ਕਰੇ ਪੁਕਾਰ। ਪੁਕਾਰ ਪਤਾ ਕਿ ਮਤ ਬਸ ਪਰੋਂ ਲੋਹਾਰ ਕੇ ਜਾ ਰਿਹਾ ਦੂਜੀ ਵਾਰ। ਆ ਇੱਕ ਵਾਰ ਤੇ ਇਹਨੇ ਸਾੜ ਦਿੱਤਾ, ਲੱਕੜ ਹਾਰੇ ਨੇ ਕੱਟਣ, ਹਾਰੇ ਨੇ ਲੱਕੜ 'ਚੋਂ ਮੈਨੂੰ ਵੱਢ ਕੇ ਸਾੜਿਆ। ਮਤਾਂ ਕਿਤੇ ਦੁਬਾਰਾ ਫਿਰ ਮੈਂ ਕਿਤੇ ਲੋਹਾਰ ਦੇ ਵੱਸ ਪੈ ਗਈ ਤੇ ਲੋਹਾਰ ਨੇ ਫਿਰ ਸਾੜਨਾ, ਉਹਨੇ ਇਹਨਾਂ ਕੋੜਿਆਂ ਨੂੰ ਫਿਰ ਭੱਠੀ 'ਚ ਪਾ ਦੇਣਾ, ਫਿਰ ਦੁਬਾਰਾ ਸੜਨਾ ਪੈਣਾ। ਇਸ ਕਰਕੇ ਮਹਾਰਾਜ ਇੱਕ ਹੀ ਵਾਰੀ ਛੁਟਕਾਰਾ ਕਰਦੇ, ਅਬ ਕੀ ਵਾਰ ਬਖਸ਼ ਬੰਦੇ ਕਹੋ, ਬਾਹਰ ਨਾ ਪਹੁੰਚ ਲਫੇਰਾ, ਮੈਨੂੰ ਬਖਸ਼ ਲੈ। ਜਿਨ੍ਹਾਂ ਦੀ ਚੇਤਨਾ ਥੋੜ੍ਹੀ ਜਿਹੀ ਜਾਗ ਪਈ ਹੈ, ਉਹ ਅਰਦਾਸ ਕਰਦੇ ਨੇ। ਸਾਡੇ ਵਿੱਚ ਕਈ ਗੁਰਮੁਖ ਹੈਗੇ ਨੇ
जिन्हां दी चेतना जागी है वो कहते हैं सच्चे पातशाह किरपा करो, आ संसार दे निंदा चुगल दे विकारां तो बचा लो, किते असीं भी अरदास कर सकीए। साडे वास्ते महाराज ने वचन दिते, राख पिता प्रभ मेरे, मह निर्गुण सगुण तेरे, पंच बिखादी एक गरीबा, राखो राखन हारे, खेद करें और बहुत संताप हैं, आयो शरण तुहारे, कर कर हारियो अनक भांति, छोट है कत हो नाही, एक बात हुन ताकी योटा, साध संगत मिट जाही। महाराज कृपा करो, मैं सियाणे तो सुनिया है, तुसीं बचा लैंदे हो, तां ताकी ओटा, तां ओट तक आई है तुहाडी, ते टोट तक आके साध संगत जा बैठे आ। महाराज इन्हां सुनिया अपने वड्डियां तो कि साध संगत विच आ जाइए ते विकारां दी अग तो बच जाईदा है। आ वडेरे गुरमुख सुनाया करदे ने, शायद आपने कई बार कथा कहानियां च ये दार्शनिक गाथा सुनी होवे कि जंगल नूं अग लगदी है ते निके निके जानवर किधर दौड़ते हैं बेचारे। चलो पक्षी तो उड़ गए, पक्षी उड़ जाते हैं, वड्डे जानवरों दौड़न लई चूँकि जगह ज़्यादा तो ताकत ज़्यादा उन्दी दौड़ जाते हैं। आ निके निके जानवर जिहड़े गिलहरियां चूहे बहुत ही लंबी यात्रा नहीं कर सकते, ये किधर जाते हैं? कहते इन्हां दी चेतना काम करदी हुंदी है, उधर नूं भजदे ने जिधर पानी नेड़े हुंदा है। जंगल च जदों भी अग लगदी है, इहो जिहा छोटा मोटा जी जंत कुदरती उस पासे नूं भजदा है जिधर पानी नेड़े होएगा। इसे करके जंगलों च राह भटके हुए व्यक्ति किते इहो जिहा सेक पैंदा होवे, बहुत गर्मी पैंदी होवे, तो वेखदे ने कि जीव जंत किधर नूं उन्हां दा मुहाना किधर नूं है, ये किधर नूं तुरे जांदे ने सारे, ते समझना उधर पानी नेड़े होएगा। जिवें जंगल की अग लगण ते ये निके निके जी भज के किसी तलाब सरोवर च या उत्थे नदी उत्थे भज के जान बचाते ने, असां भज के कित्थे? संसार जंगल विच विकारां दी अग लगी है। संसार दे जंगल दे विच विकारां दी अग लगी, तृष्णा अग्न कहने आ, जिनके कोई हरिया बूट हो रही, इस विकारां दी अग विच भज के कित्थे जाइए? कोई थां है जे? असीं भज के घर जाने ते घर भी ईर्खा द्वेषी हो रही हुंदी ना, उत्थों भज के लोग बाजार जा बहिंदे ने, बाजार च ईर्खा द्वेषी हो रही ना, उत्थों भज के लोग होर पार्कां ते होरनां थावां ते जांदे ने, उत्थे भी तुसीं निंदा भज के कित्थे जाओगे? सियाणे कहंदे ने भज के जाण दा ठिकाणा है सत संगत। इसे करके सत संगत नूं सरोवर नाल तशबीह दित्ती है। जदों श्री रामदास साहब दा पावन सरोवर श्री अंम੍ਰਿਤਸਰ साहब, ਜਿਹਨੂੰ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਆ, ਜਦੋਂ ਇਹ ਨਹੀਂ ਸੀ ਨਾ ਬਣਿਆ ਉਦੋਂ ਵੀ ਅੰਮ੍ਰਿਤਸਰ ਸ਼ਬਦ ਗੁਰੂ ਸਾਹਿਬ ਨੇ ਵਰਤਿਆ। ਆ ਜਿੱਥੇ ਬੈਠੇ ਆ ਨਾ ਇਹ ਅੰਮ੍ਰਿਤਸਰ ਕਹਿਲਾਂਦਾ ਹੈ, ਅੰਮ੍ਰਿਤ ਦਾ ਸਰੋਵਰ ਹੈ। ਠੀਕ ਹੈ, ਸਾਨੂੰ ਦਿਸਦਾ ਨਹੀਂ ਨਾ, ਪਰ ਬਾਹਰ ਦੀ ਅੱਗ ਵੀ ਕਿਹੜੀ ਦਿਸਦੀ ਹੈ? ਨਾ ਬਾਹਰ ਦੀ ਅੱਗ ਦਿਸਦੀ ਹੈ ਤੇ ਨਾ ਇੱਥੋਂ ਦਾ ਜਲ ਦਿਸਦਾ ਹੈ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੂੰ ਸਮਝ ਆ ਜਾਂਦੀ ਕਿ ਭਾਈ ਬਾਹਰ ਈਰਖਾ ਦੀ, ਵਿਕਾਰਾਂ ਦੀ, ਨਿੰਦਾ ਚੁਗਲੀ ਦੀ तमाम प्रकार की अग है। बड़ा प्यारा बचन है, तृष्णा नूं समझना होवे ते चार प्रकार दी वड्डियां अग्गां साडे समाज विच, साडे हिरदे विच ने। हंस हेत लोभ कोप चारे नदियां अग, पवै दजै नानका तरिए करमी लग। हिंसा हेत कहंदे मोह नूं, कोप कहंदे ने क्रोध नूं, ते लोभ। ये चार वड्डियां धारावां ने, चार वड्डियां लकड़ां ने जिन्हां दे इकट्ठे होण ते अग बलदी है। और चारे दे चारे चीज़ां सार हिरदे विच ने। महाराज कहण लगे जिन्हां दी चेतना जाग पई, अंदर अरदास करया करिए, तृष्णा दादी जल मुई, जल जल करे पुकार, सड़दी सड़दी पुकार करदी है। असां कदे वेखिया होना है, अज जदों भट्ठियां बलदियां सी लंगरां च ना, शायद अपने वडेरियां कदे वेखिया होवे। कहते ने जो लकड़ां बलदियां ने तो झटकदियां ने, उन्हां चों आवाज़ निकलती है। पता असीं ते हादसे च रह जाने आ, दार्शनिक लोग कहते ने वो जो आवाज़ निकलदी ना, उस लकड़ दे विच जीव चेतन हुंदा ना, वो तड़पदा ते पुकार करदा है। हुण ते असीं इलैक्ट्रॉनिक सिस्टम नाल अपने शरीरां दा संस्कार करदे आ, ते संस्कार जदों मनुख दा करदे आ ते असीं ते उदों चूँकि साडी धारावां ही दूर हुंदियां ने, असीं ते मूँह दिखाउण वास्ते लोकां कोल जाने, घड़ी पल लांबू लग्या तो असीं अपना अपने गल्लां बातां करके तुर पईदे।
ਕਦੇ ਕਿਸੇ ਸੰਤ ਦੀ ਦ੍ਰਿਸ਼ਟੀ ਦੇ ਨਾਲ, ਕਿਸੇ ਦਾਰਸ਼ਨਿਕ ਦੀ ਦ੍ਰਿਸ਼ਟੀ ਦੇ ਨਾਲ ਬਲਦੀ ਹੋਈ ਚਿਤਾ ਨੂੰ ਵੇਖਣਾ। ਚਿਤਾ ਦੀਆਂ ਹੱਡੀਆਂ ਵੀ ਕੜਕਦੀਆਂ ਨੇ, ਜਦੋਂ ਸੜਦੀਆਂ ਨੇ ਨਾ ਉਦੋਂ ਉਹਨਾਂ 'ਚ ਵੀ ਆਵਾਜ਼ ਚਟਖਣ ਦੀ ਆਉਂਦੀ ਹੈ। ਕਹਿੰਦੇ ਇਹਦੇ ਵਿੱਚ ਵੀ ਚੇਤਨਾ ਸੀ ਕਿ ਹੁਣ ਸੜਦੀ ਚਲਦੀ ਕਿ ਮਹਾਰਾਜ ਜੀਵਨ ਭਰ ਤੇ ਮੈਂ ਈਰਖਾ ਦੀ ਆਗ ਵਿੱਚ ਸੜਦੀ ਰਹੀ ਆ, ਹੁਣ ਇਸ ਆਗ ਵਿੱਚ ਸੜਦੀ ਪਈ, ਕਿਰਪਾ ਕਰਿਓ ਦੁਬਾਰਾ ਮੈਨੂੰ ਸੜਨਾ ਨਾ ਪਵੇ। ਅਸੀਂ ਅਰਦਾਸ ਕਰਦੇ ਹਾਂ, ਕੀਰਤਨ 'ਚ ਪਾਠ 'ਚ ਆਪਣੇ ਪੜ੍ਹਿਆ ਹੋਣਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਔਰ ਗਰਭ ਬਸੇਰਾ। हे ਸੱਚੇ ਪਾਤਸ਼ਾਹ ਇਹ ਦੁੱਖ ਮੇਰਾ ਕੱਟ ਦਿਓ, ਦੁਬਾਰਾ ਨਾ ਮੈਨੂੰ ਝੱਲਣਾ ਪਏ, ਕਿਉਂਕਿ ਇੱਕ ਵਾਰ ਤਾਂ ਮੇਰੇ ਸਿਰ 'ਤੇ ਪੈ ਹੀ ਗਿਆ, ਦੁਬਾਰਾ ਮੈਨੂੰ ਕਿਤੇ ਇਸ ਅੱਗ ਵਿੱਚ, ਈਰਖਾ ਦੀ ਅੱਗ ਵਿੱਚ, ਸੰਸਾਰ ਦੀ ਅੱਗ ਵਿੱਚ ਨਾ ਸੜਨਾ ਪਏ। ਕਹਿਣ ਲੱਗੇ ਫਿਰ ਕਿੱਦਾਂ ਮਿਲੇ, ਕੌਣ ਬਚਾਏਗਾ? ਕਹਿਣ ਲੱਗੇ ਮੈਨੂੰ ਇੰਨਾ ਪਤਾ ਲੱਗ ਗਿਆ, ਸਤਿਗੁਰ ਸ਼ੀਤਲ ਜੇ ਮਿਲੇ। ਜੇ ਸੰਸਾਰ ਵਿੱਚ ਰਹਿੰਦਿਆਂ ਸਾਹ ਮੁੱਕਣ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਮਿਲ ਗਏ ਤੇ ਫਿਰ ਕਿਤੇ ਸੜਨ ਤੋਂ ਬਚ ਜਾਵਾਂਗੇ, ਕਿਉਂਕਿ ਸਤਿਗੁਰ ਸ਼ੀਤਲ ਹੈ। ਸਤਿਗੁਰ ਆਪਣੇ ਕੋਲ ਆਇਆ ਹੋਇਆਂ ਦੀ ਅੱਗ ਨੂੰ ਬੁਝਾ ਦਿੰਦੇ। ਬੜਾ ਪਿਆਰਾ ਬਚਨ ਹੈ। ਸਤਿਗੁਰ ਕੀ ਕਰਦੇ ਨੇ, ਜਿਵੇਂ ਕਿਤੇ ਅਸੀਂ ਗਏ, ਮੰਨ ਲਓ ਅੱਗ ਲੱਗ ਜਾਂਦੀ ਹੈ, ਅਤੇ ਅਸੀਂ ਅੱਜ ਕੱਲ੍ਹ ਅੱਗ ਬੁਝਾਉਣ ਵਾਲੇ ਲੋਕਾਂ ਨੂੰ ਬੁਲਾਉਂਦੇ, ਉਹ ਤਿਆਰ ਬਰ ਤਿਆਰ ਹੁੰਦੇ ਨੇ, ਸਿੱਖੇ ਸਿਖਾਏ ਹੁੰਦੇ ਨੇ, ਉਹਨਾਂ ਕੋਈ ਇੰਤਜ਼ਾਮਾਤ ਕੀਤੇ ਹੁੰਦੇ ਨੇ। ਉਹ ਸਭ ਤੋਂ ਪਹਿਲਾਂ ਮੁਆਇਨਾ ਕਰਦੇ ਨੇ, ਦਾਏਂ ਬਾਏਂ ਸੱਜੇ ਖੱਬੇ ਦੇਖਦੇ ਨੇ, ਫਿਰ ਪਾਣੀ ਛਿੜਕਣਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੋ ਸਾਨੂੰ ਅਸੀਂ ਜੀ ਸਤਿਗੁਰੂ ਕਹਾਉਂਦੇ ਹਾਂ, ਸਤਿਗੁਰੂ ਸਾਨੂੰ ਵੇਖਦੇ ਨੇ, ਸਾਡੇ 'ਤੇ ਪਾਣੀ ਛਿੜਕਦੇ ਨੇ। ਉਹ ਛਿੜਕਦੇ ਹੋਏ ਪਾਣੀ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਬੜਾ ਪਿਆਰਾ ਬਚਨ ਲਿਖਿਆ ਹੈ, ਜਲ ਤੋਂ ਬਲ ਤੋਂ ਤੌਕਿਆ। ਤੌਕਿਆ ਬੜਾ ਪੁਰਾਣਾ ਸ਼ਬਦ ਜੋ ਮਾਝੇ 'ਚ ਵਰਤਿਆ ਜਾਂਦਾ ਸੀ, ਜਿਹਨੂੰ ਆਪਣੀ ਜਲ ਛਿੜਕਣਾ ਕਹਿੰਦੇ ਆ। ਜਲ ਤੋਂ ਬਲ ਤੋਂ ਤੌਕਿਆ, ਕਿਆ ਤੌਕਿਆ? ਗੁਰ ਚੰਦਨ ਸ਼ੀਤ ਲਾਇਓ। ਗੁਰੂ ਨੇ ਚੰਦਨ ਛਿੜਕ ਦਿੱਤਾ, ਤੇ ਸਭ ਕਹਿੰਦੇ ਨੇ ਚੰਦਨ ਠੰਡਾ ਹੁੰਦਾ। ਸਾਡੇ ਅੰਦਰ ਦੀ ਈਰਖਾ ਦੀ ਅੱਗ 'ਤੇ ਗੁਰੂ ਨੇ ਨਾਮ ਚੰਦਨ ਛਿੜਕ ਦਿੱਤਾ ਹੈ, ਨਾਮ ਚੰਦਨ ਤਰਕ ਦਿੱਤਾ ਹੈ, ਜਿਹਦੇ ਨਾਲ ਸਾਡੇ ਅੰਦਰ ਦੀ ਅੱਗ ਬੁਝ ਗਈ ਹੈ। ਅਸੀਂ ਪੜ੍ਹਦੇ ਹਾਂ ਤ੍ਰਿਸ਼ਨਾ ਬੂਝਿਆ ਹਰਿ ਕੈ ਨਾਮ। ਇਸ ਕਰਕੇ ਅਰਦਾਸ ਹੈ, ਸਤਿਗੁਰ ਸ਼ੀਤਲ ਜੇ ਮਿਲੈ। ਜੇ ਸਾਹ ਮੁੱਕਣ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਤੱਕ ਪਹੁੰਚ ਬਣ ਗਈ, ਫਿਰ ਤੇ ਯਕੀਨਨ ਆਸ ਹੈ, ਫਿਰ ਜਲੈ ਨਾ ਦੂਜੀ ਵਾਰ, ਫਿਰ ਦੁਬਾਰਾ ਨਹੀਂ ਸੜਾਂਗੇ। ਇੱਕ ਵਾਰ ਤੇ ਗਰਭ ਅਗਨੀ ਸੜ ਚੁੱਕੇ ਹਾਂ, ਇੱਕ ਵਾਰ ਸ਼ਮਸ਼ਾਨ ਦੀ ਅਗਨੀ 'ਚ ਸੜਨਾ ਹੈ, ਵਿਚਕਾਰ ਈਰਖਾ ਦੀ ਅਗਨੀ ਸੜਨਾ, ਇੱਥੇ ਸੜਨਾ ਹੀ ਸੜਨਾ ਹੈ, ਇੱਥੇ ਤੇ ਜਲ ਹੀ ਰਹੇ ਆ, ਤਿਆਗੀ ਆਗੇ। ਜੇ ਕਿਤੇ ਸਤਿਗੁਰ ਮਿਲ ਜਾਏ ਤੇ ਸਤਿਗੁਰੂ ਸਾਨੂੰ ਈਰਖਾ ਦੀ ਅਗਨੀ ਤੋਂ ਬਚਾ ਲੈਂਦੇ ਨੇ, ਤੇ ਈਰਖਾ ਦੀ ਅਗਨੀ ਤੋਂ ਬਚਾ ਕੇ ਆ ਸ਼ਮਸ਼ਾਨ ਦੀ ਅਗਨੀ ਪੜਦੇ, ਫਿਰ ਸਰੀਰ ਹੀ ਸੜਦਾ ਹੈ, ਫਿਰ ਮਿੱਟੀ ਦੇ ਅਸੀਂ ਬਚ ਜਾਵਾਂਗੇ, ਮਰਾਂਗੇ ਹੀ ਨਹੀਂ। ਫਿਰ ਕੀ ਕਰੀਏ? ਮਹਾਰਾਜ ਕਹਿਣ ਲੱਗੇ, ਇਸ ਕਰਕੇ ਪਿਆਰਿਓ ਇਹ ਖਿਆਲ ਰੱਖਿਓ, ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ। ਇਹ ਗੱਲ ਚੇਤਾ ਰੱਖਿਓ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਸਭ ਡਰਦੇ ਨੇ। ਕਿ ਡਰ ਕਾਹਦਾ ਹੈ? ਮਰਨ ਦਾ। ਅਸਾਂ ਦੇ ਉੱਤੇ ਸੰਸਾਰ ਵਿੱਚ ਸਭ ਤੋਂ ਵੱਡਾ ਡਰ ਕਾਹਦਾ ਹੈ? ਮਰਨ ਦਾ। ਮਰ ਨਾ ਜਾਈਏ, ਅਤੇ ਮਰਨ ਵਾਸਤੇ ਕੌਣ ਤਿਆਰ ਹੈ? ਮਰਨ ਤੋਂ ਡਰ ਲੱਗਦਾ। ਤਾਂ ਇੱਕੋ ਹੀ ਜੀ ਹੈ, ਇੱਕੋ ਹੀ ਕਲਾਤਮਕ ਪੱਖ ਹੈ, ਜੋ ਸਾਨੂੰ ਮਿਲ ਜਾਏ ਅਤੇ ਅਸੀਂ ਇਸ ਅਵਸਥਾ ਤੋਂ ਬਚ ਜਾਂਦੇ ਹਾਂ, ਸਾਡੇ ਅੰਦਰੋਂ ਭੈ ਮਿਟ ਜਾਂਦਾ ਹੈ। ਉਹ ਹੈ ਸਤਿਗੁਰੂ ਮਿਲੇ, ਅਤੇ ਸਤਿਗੁਰੂ ਵੀ ਮਿਲੇ ਅਤੇ ਸਤਿਗੁਰੂ ਵੀ ਸਾਨੂੰ ਆਪਣੇ ਨਾਮ ਦੀ ਕਲਾ ਬਖਸ਼ੇ। ਨਹੀਂ ਤਾਂ ਸਤਿਗੁਰੂ ਨੂੰ ਵੀ ਬਹੁਤ ਸਾਰੇ ਮਿਲਦੇ ਨੇ, ਪਰ ਸਤਿਗੁਰੂ ਤੋਂ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ। ਬਹੁਤ ਸਾਰੇ ਐਸੇ ਨਾਮ ਨੇ ਜੋ ਸਤਿਗੁਰੂ ਨੂੰ ਮਿਲੇ। ਅਸੀਂ ਵੇਖਿਆ ਹੈ, ਸਤਿਗੁਰ ਕੋ ਸਭ ਕੋ ਦੇਖਦਾ, ਜੀਤਾ ਜਗਤ ਸੰਸਾਰ। ਬਥੇਰੀ ਦੁਨੀਆ ਹੈ, ਸਤਿਗੁਰੂ ਨੂੰ ਮਿਲਦੀ ਹੈ, ਸਤਿਗੁਰੂ ਨਾਲ ਗੱਲਬਾਤ ਕਰਦੀ ਹੈ, ਤਰਕ ਵਿਚਾਰ ਕਰਦੀ ਹੈ। ਹੁਣ ਨਹੀਂ, ਸਾਡੇ 'ਚ ਕਿਤਨੇ ਜੀ ਮਿਲਦੇ ਹੋਣਗੇ। ਹੁਣ ਅਸੀਂ ਗੁਰੂ ਸ਼ਬਦ ਕਹਿੰਦੇ ਹਾਂ, ਸਤਿਗੁਰੂ ਸ਼ਬਦ ਸਰੂਪ ਹੈ। ਸਾਡੇ 'ਚੋਂ ਕਿਤਨੇ ਜੀ ਬਾਣੀ ਪੜ੍ਹਦੇ ਨੇ, ਤਰਕ ਵਿਚਾਰਾਂ ਕਰਦੇ ਨੇ, ਇੱਕ ਦੂਜੇ ਨੂੰ ਹਰਾਉਣ ਲਈ, ਜਿਤਾਉਣ ਲਈ, ਆਪਣੀ ਗੱਲਾਂ ਠੀਕ ਸਾਬਤ ਕਰਨ ਲਈ ਕਿੰਨੀਆਂ ਬਾਣੀ ਦੇ ਤੁਕਾਂ ਵਰਤ ਲੈਂਦੇ ਨੇ। ਪਰ ਕੀ ਸਾਰੇ ਦੇ ਸਾਰੇ ਨਾਮ ਦੇ ਧਾਰਨੀ ਹੋ ਜਾਂਦੇ ਨੇ? ਕੀ ਸਾਰਿਆਂ ਦੇ ਸਾਰਿਆਂ ਦੇ ਹਿਰਦਾ ਸ਼ੁੱਧ ਅਤੇ ਨਿਰਮਲ ਸ਼ਾਂਤ ਹੋ ਜਾਂਦਾ ਹੈ? ਭਾਈ ਨਹੀਂ। ਜਿੰਨਾ ਚਿਰ ਕੋਈ ਆਪਣੇ ਹੰਕਾਰ ਨੂੰ ਨਹੀਂ ਛੱਡਦਾ, ਜਿੰਨਾ ਚਿਰ ਕੋਈ ਵਿਅਕਤੀ ਆਪਣੇ ਅੰਦਰ ਦੇ ਮੈਂ ਵੀ ਤਕੜਾ ਹਾਂ ਇਸ ਭਾਵ ਨੂੰ ਨਹੀਂ ਛੱਡਦਾ, ਉਹਨਾਂ ਚਿਰ ਉਹਨੂੰ ਨਾਮ ਦੀ ਦਾਤ ਨਹੀਂ ਮਿਲਦੀ। ਜੋ ਆਪਣੇ ਕਰਮ ਸ਼ੁੱਧ ਨਹੀਂ ਕਰਦਾ, ਉਹਨਾਂ ਚਿਰ ਗੱਲ ਨਹੀਂ ਬਣਦੀ। ਕਰਨਾ ਪੈਣਾ ਸਾਨੂੰ। ਕਹਿਣ ਲੱਗੇ, ਸਤਿਗੁਰ ਸ਼ੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ,
नानक विण नावै निरभाव को नहीं भाई। नाम तो विहुणा कोई व्यक्ति निरभाव पदवी नहीं पा सकता। दुनिया के वड्डे तो वड्डे ताकतवर लोगों को वेखे है डरते ने, मरण तो डरते। तो दूजे पासे दुनिया की कमज़ोर तो कमज़ोर जीन वेखे है जिन्हां दे पल्ले नाम है, वो कहते परवाह कोई नहीं। दुनिया की उम्र करके हकीकत राय बड़े छोटे सन। दुनिया की उम्र करके आ थोड़े दिनों असां पुरब मनाने शुरू करने, क्योंकि साड़ी मनुखी बिनतर इहो जी है, असीं साल च एक बारी चेते करते। छोटे साहिबजादे दिन अपने चेते करने शुरू कर देने आ। उम्र करके तो बड़े छोटे ने। संसार का दुनियावी बल भी छोटे साहिबजादे बहुत ज़्यादा नहीं होएगा ना, भी उम्र ही जे 7 वरियां दी है, जो किसी पहलवान ਨਾਲ कुश्ती तो नहीं लड़ पाएंगे, पर निरभाव पदवी ते ने। उम्र करके बजुर्गी है। माता गुजरी साहिब जी 80 वरियां तो वडेरी उम्र है, शरीर तो कमज़ोर ही होगा ना, सुभाविक है। 80 वरियां की बजुर्ग माता का शरीर कोई बहुत तकड़ा थोड़ा होगा, पर अंदर बहुत मजबूत है, बहुत तकड़ा है। चलो वो तो कहांगे गुरु की माता है, वो बारे तो कहांगे देखो जी गुरु की माता, गुरु की पत्नी, गुरु की नूह, बड़े मान उन्होंने मिले, वो तो इस मुकाम ते हासिल है उन्होंने। पर दूजे पासे देखिए जिहड़े सतगुरु के चरण छोह प्राप्त कर बैठे ने, मोती राम मेहरा वर्गे, बस जिन्होंने माता के चरण छोह प्राप्त किए ने, वो भी तो निरभाव हो गए ने। उसकी संगत कारक का परिवार निरभाव हो गया। फिर देखिया ना साहब जी शहादत तो अगलेरे दिनों मोती राम का परिवार कोलू च पीड़ के शहीद किया जाता है, पर वो निरभाव ने, टिके हुए ने। पता है क्योंकि उन्होंने पहले ही पता सी भी माता की सेवा ते साहिबजादियां की सेवा का नतीजा की निकलना, क्योंकि राज दरबारां का कर्मचारी है तो राज दरबारां के नियमां का पता है। गुरु कृपा करन सानू भी किते नाम की दात मिले, गुरु के सदके ते असीं निरभाव पदवी प्राप्त कर सकीए। महाराज कहने लगे तो बिना कोई निरभाव नहीं जे, ते नाम की पदवी मिलती जे जिचर शब्द न करे विचार। जिचर शब्द की सांझ नहीं, गुरुदेव कृपा करन असीं शब्द पढ़ सकीए, सुन सकीए, समझ सकीए, तो ये मुताबिक अपने जीवन में ढाल सकी, विचार प्राप्त कर सकी। भुल चुक दी खिमा, आसीस ते प्यार दे होते बुलावना जी। वाहिगुरू जी का खालसा, वाहिगुरू जी।